जे पटवारी नाल बिगड़ गई कहते जिहड़ी तेरे कोल 4 मरले आउंदी है ना कहता लीहां 'ਚ ही बिण दूगा कहते ਉਹ ਤਾਂ ਰਾਹਾਂ 'ਚ ਹੀ ਰੋਲ ਦੂਗਾ ਵੀ ਆ ਤਾਂ ਲੋਕਾਂ ਦੀਆਂ ਐਵੇਂ ਗੱਲਾਂ ਬਣਾਈਆਂ ਹੋਈਆਂ ਤੇ ਐਂ ਦਾ ਹੋਵੇ ਤਾਂ ਫਿਰ ਪਟਵਾਰੀ ਇੱਕ ਪਿੰਡ ਜਾਵੇ 100 ਕਿੱਲਾ ਆਪਦੇ ਨਾਂ ਜ਼ਮੀਨ ਕਰ ਲੇ ਮੁੜ ਕੇ ਉਹਨੂੰ ਨੌਕਰੀ ਕਰਨ ਦੀ ਲੋੜ ਹੀ ਨਹੀਂ। ਫਿਰ ਵੀ ਸਰਕਾਰ ਨਾਲ ਇਹ ਰੇੜਕਾ ਕਿਉਂ ਬਣਿਆ ਰਹਿੰਦਾ ਹਮੇਸ਼ਾ ਇਹ ਚੀਜ਼ ਕਿਉਂ ਸਾਹਮਣੇ ਆਉਂਦੀ ਰਹਿੰਦੀ ਹੈ? ਜੇ ਕੋਈ ਇਮਾਨਦਾਰ ਪਟਵਾਰੀ ਸੋਨੂੰ ਸਰਕਾਰੀ ਫੀਸ ਵੀ ਮੰਗਦਾ ਹੈ ਤੇ ਉਹ ਪਬਲਿਕ ਨੂੰ ਇਹ ਲੱਗਦਾ ਹੈ ਵੀ ਇਹ ਨਾ ਕਰਪਸ਼ਨ ਕਰ ਰਿਹਾ ਹੈ, ਰਿਸ਼ਵਤ ਮੰਗ ਰਿਹਾ ਹੈ। ਰਿਟਾਇਰਡ ਪਟਵਾਰੀ ਰੱਖੇ ਹੋਏ ਹੈ 35-35 ਰੁਪਏ ਤੇ ਉਹ 35 ਰੁਪਏ ਤੇ ਤਾਂ ਤੁਸੀਂ ਨਵੀਂ ਭਰਤੀ ਕਰ ਲਓ। ਪਟਵਾਰੀ ਸਾਹਿਬ ਆਪ ਤਾਂ ਪਟਵਾਰਖਾਨੇ ਆਉਂਦੇ ਨਹੀਂ ਪਰ ਉਹਨਾਂ ਦੇ ਉੱਥੇ ਜਿਹੜੇ ਪ੍ਰਾਈਵੇਟ ਮੁੰਡੇ ਰੱਖੇ ਆ ਉਹ ਹੀ ਕੰਮ ਕਰਦੇ ਆ, ਉਹਨਾਂ ਤੋਂ ਹੀ ਕੰਮ ਹੁੰਦੇ ਆ। ਕਲਰਕ ਦੀ ਕੋਈ ਸਰਕਾਰੀ ਫੀਸ ਨਹੀਂ, ਮਾਸਟਰ ਦੀ ਕੋਈ ਸਰਕਾਰੀ ਫੀਸ ਨਹੀਂ, ਹੋਰ ਜਿੰਨੇ ਵੀ ਅਦਾਰੇ ਆ ਉੱਥੇ ਨਾ ਸਰਕਾਰੀ ਫੀਸ ਹੋਣ ਕਰਕੇ ਉਹਨਾਂ ਦੀ ਬਦਨਾਮੀ ਘੱਟ ਹੁੰਦੀ ਹੈ। ਇਹਦੀ ਇੱਕ ਤਾਂ ਇਹ ਪਬਲਿਕ ਦੇ ਵਿੱਚ ਹੈ, ਇਹਦੀ ਸਿੱਧੀ ਪਬਲਿਕ ਡੀਲਿੰਗ ਹੈ ਵੀ ਮੈਨੂੰ ਨਹੀਂ ਲੱਗਦਾ ਕਿਸੇ ਪਟਵਾਰੀ ਕਿਸੇ ਕਾਨੂੰਗੋ ਦੀ ਤਨਖਾਹ 1.5 ਲੱਖ ਹੋਵੇ ਤੇ ਉਹਨੂੰ ਜੇ ਸੀਐਮ ਸਾਹਿਬ ਇਹ ਕਹੀ ਜਾਂਦੇ ਆ ਵੀ ਲੱਖ ਰੁਪਈਆ ਤੇ 1.5 ਲੱਖ ਰੁਪਈਆ ਤਨਖਾਹ ਹੈ ਤੇ ਫਿਰ ਇਹ ਗਮਰਾਹ ਕੁਨ ਨਹੀਂ ਹੈ ਨਾ। ਪਰ ਉਹਦਾ ਸੱਚ ਇਹ ਹੈ ਉਦੋਂ ਵੀ ਪ੍ਰਤਾਪ ਸਿੰਘ ਕੈਰੋਂ ਨੇ ਜਨਤਕ ਤੌਰ ਤੇ ਮਾਫੀ ਮੰਗੀ ਸੀ ਔਰ ਕਿਹਾ ਸੀ ਜੀ ਮੈਂ ਗਮਰਾਹ ਹੋ ਗਿਆ, ਮੈਨੂੰ ਪਤਾ ਨਹੀਂ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਮੈਂ ਹਾਂ ਜੱਸੀ ਬਰਾੜ। ਅੱਜ ਇੱਕ ਵੱਖਰੀ ਜੀ ਗੱਲਬਾਤ ਲੈ ਕੇ ਆਏ ਹਾਂ। ਵੱਖਰੀ ਗੱਲਬਾਤ ਤਾਂ ਹੈ ਵੀ ਇਹਦਾ ਟੌਪਿਕ ਬਹੁਤ ਵੱਖਰਾ ਹੈ। ਸਭ ਤੋਂ ਪਹਿਲਾਂ ਤਾਂ ਜੇ ਗੱਲ ਕਰੀਏ ਤਾਂ ਅਕਸਰ ਆਪਾਂ ਜਦੋਂ ਕੋਈ ਗੱਲਬਾਤ ਕਰਦੇ ਆ ਨਾ ਤਾਂ ਆਪਾਂ ਕਹਿ ਦਿੰਦੇ ਆ ਯਾਰ ਪਟਵਾਰੀ ਸਾਹਿਬਾਨ ਦੀ ਜਦੋਂ ਗੱਲ ਹੁੰਦੀ ਆ ਤਾਂ ਹਰ ਬੰਦੇ ਦੇ ਦਿਲ ਦੇ ਵਿੱਚ ਬਹੁਤ ਸਾਰੇ ਸਵਾਲ ਪੈਦਾ ਹੋ ਜਾਂਦੇ ਪਟਵਾਰੀ ਸਾਹਿਬ ਦੇ ਨਾਂ 'ਤੇ। ਦੂਸਰੇ ਪਾਸੇ ਸਰਕਾਰਾਂ ਦੀ ਮੈਂ ਗੱਲ ਕਰਾਂ ਤਾਂ ਸਰਕਾਰਾਂ ਦਾ ਵੀ ਰੇੜਕਾ ਕਹਿੰਦੇ ਪਟਵਾਰੀਆਂ ਨਾਲ ਲਗਾਤਾਰ ਬਣੇ ਰਹਿੰਦਾ। ਜੇ ਅੱਜ ਦੇ ਵੇਲੇ ਦੀ ਗੱਲ ਕਰ ਲਈਏ ਤਾਂ ਹੁਣ ਵੀ ਪਟਵਾਰੀਆਂ ਤੇ ਸਰਕਾਰ ਦਾ ਆਪਸੀ ਰੇੜਕਾ ਬਣਿਆ ਹੋਇਆ ਹੈ। ਅੱਜ ਆਪਾਂ ਸਾਰੀ ਗੱਲਬਾਤ ਇੱਕ ਪਟਵਾਰੀ ਸਾਹਿਬ ਨਾਲ ਕਰਾਂਗੇ, ਪਰ ਉਸ ਤੋਂ ਪਹਿਲਾਂ ਜਿਹੜੇ ਪਟਵਾਰੀ ਸਾਹਿਬ ਸਾਡੇ ਨਾਲ ਮੌਜੂਦ ਨੇ ਉਹ ਇੱਕ ਚੰਗੇ ਲੇਖਕ ਵੀ ਨੇ, ਉਹਨਾਂ ਨੇ ਬਹੁਤ ਸਾਰੀਆਂ ਬੁੱਕਸ ਵੀ ਲਿਖੀਆਂ ਨੇ ਤੇ ਅੱਜ ਕੱਲ੍ਹ ਨਸ਼ੇ ਨੂੰ ਲੈ ਕੇ ਜੇ ਮੈਂ ਗੱਲ ਕਰਾਂ ਤਾਂ ਪਿਛਲੇ ਲੰਮੇ ਸਮੇਂ ਤੋਂ ਇੱਕ ਜੰਗ ਲੜ ਰਹੇ ਆ ਨਸ਼ੇ ਨੂੰ ਲੈ ਕੇ। ਉਹਨਾਂ ਦੀ ਇੱਕ ਨਸ਼ਾ ਮੁਕਤੀ ਪ੍ਰਚੰਡ ਲਹਿਰ ਦੇ ਤੌਰ ਤੇ ਇੱਕ ਉਹਨਾਂ ਨੇ ਇੱਕ ਕਹਿ ਸਕਦੇ ਹਾਂ ਲਹਿਰ ਵੀ ਪੈਦਾ ਕੀਤੀ ਹੋਈ ਆ। ਉਹਦੇ ਬਾਬਤ ਵੀ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਜਸਕਰਨ ਸਿੰਘ ਸੀਵੀਆ ਜੀ ਤੇ ਸਵਾਗਤ ਹੈ ਜੀ ਤੁਹਾਡਾ ਪ੍ਰਾਈਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਪਟਵਾਰੀ ਸਾਹਿਬ ਠੀਕ ਠਾਕ ਹੋ? ਹਾਂ, ਚੜ੍ਹਦੀ ਕਲਾ ਜੀ। ਤੇ ਕਹਿੰਦੇ ਪਟਵਾਰੀ ਜਦੋਂ ਸ਼ਬਦ ਦਿਲ ਦੇ ਵਿੱਚ ਆਉਂਦਾ ਨਾ ਤਾਂ ਪਹਿਲਾਂ ਸਵਾਲ ਬਹੁਤ ਸਾਰੇ ਪੈਦਾ ਹੋ ਜਾਂਦੇ, ਉਹ ਵੀ ਬਾਬਤ ਗੱਲਬਾਤ ਕਰਾਂਗੇ ਆਪਾਂ। ਪਰ ਸਭ ਤੋਂ ਪਹਿਲਾਂ ਇੱਕ ਗੱਲ ਕਰਦੇ ਹਾਂ, ਕਹਿੰਦੇ ਵੀ ਤੁਹਾਡਾ ਜਿਹੜੀ ਇੱਕ ਕਹਿ ਸਕਦੇ ਹਾਂ ਵੀ ਜਿਹੜਾ ਪਟਵਾਰੀ ਹੁੰਦਾ ਹੈ ਉਹਦੇ ਨਾਂ ਦੇ ਨਾਲ ਸਾਰੀ ਉਮਰ ਪਟਵਾਰੀ ਲੱਗ ਜਾਂਦਾ ਹੈ। ਜਦੋਂ ਸ਼ੁਰੂਆਤੀ ਦੌਰ ਉਹ ਨੌਕਰੀ ਕਰਦਾ ਤਾਂ ਉਸ ਤੋਂ ਬਾਅਦ ਵੀ ਜਦੋਂ ਵੀ ਮਿਲਦੇ ਆ, ਹੁਣ ਵੀ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਹੋਵੋਗੇ, ਪਿੰਡਾਂ ਦੇ ਵਿੱਚ ਮਿਲਦੇ ਜੁਲਦੇ ਹੋ, ਤੁਸੀਂ ਭਾਵੇਂ ਰਿਟਾਇਰਡ ਹੋ ਪਰ ਤੁਹਾਡੇ ਨਾਂ ਦੇ ਨਾਲ ਜਿਹੜਾ ਪਟਵਾਰੀ ਸ਼ਬਦ ਆ ਉਹ ਪੱਕੇ ਤੌਰ 'ਤੇ ਲੱਗਿਆ ਹੋਇਆ। ਨਹੀਂ ਜੀ, ਵੇਖੋ ਪਟਵਾਰੀ ਦੀ ਜੇ ਤਾਂ ਆਪਾਂ ਡੈਫੀਨੇਸ਼ਨ ਜਾਂ ਪਟਵਾਰੀ ਦੇ ਰਿਸ਼ਤੇ ਦੀ ਗੱਲ ਕਰੀਏ ਜੀ ਤਾਂ ਇਹ ਬਹੁਤ ਹੀ ਪਵਿੱਤਰ ਪੋਸਟ ਹੈ ਜੀ, ਕਿਉਂਕਿ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਸਭ ਤੋਂ ਪੁਰਾਣੀ ਪੋਸਟ ਪਟਵਾਰੀ ਹੈ ਤੇ ਸਾਡੇ ਸਿੱਖ ਇਤਿਹਾਸ ਨਾਲ ਪਟਵਾਰੀ ਸ਼ਬਦ ਆ ਜਿਹੜਾ ਉਹ ਬੜਾ ਜੁੜਿਆ ਹੋਇਆ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਪਿਤਾ ਜੀ ਮਹਿਤਾ ਕਾਲੂ ਜੀ ਵੀ ਪਟਵਾਰੀ ਰਹੇ ਨੇ। ਹੋਰ ਬਹੁਤ ਵੱਡੀਆਂ ਮਹਾਨ ਸ਼ਖਸੀਅਤਾਂ, ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ ਪਟਵਾਰੀ ਹੁੰਦੇ, ਬਹੁਤ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਦੇ ਮੈਂ ਲੈ ਸਕਦਾ ਵੀ ਪਟਵਾਰੀ ਲੈ ਚੋਂ ਪੋਸਟ ਤੋਂ ਗਏ ਤੇ ਉਹਨਾਂ ਨੇ ਬਹੁਤ ਉੱਚ ਮਕਾਮਾਂ 'ਤੇ ਜਾ ਕੇ ਸਮਾਜ ਦੀ ਕੌਮ ਦੀ ਸੇਵਾ ਕੀਤੀ। ਤੇ ਜਿਹੜਾ ਤੁਸੀਂ ਇਹ ਪੁੱਛਿਆ ਵੀ ਪਟਵਾਰੀ ਜੁੜ ਜਾਂਦਾ ਉਹ ਤਾਂ ਇਹ ਹੈ ਜੀ, ਜੇ ਕੋਈ ਮਾਸਟਰ ਰਹੇ ਉਹਦੇ ਨਾਲ ਮਾਸਟਰ ਜੁੜ ਜਾਂਦਾ, ਜੇ ਕੋਈ ਪਟਵਾਰੀ ਦੀ ਪੋਸਟ 'ਤੇ ਪਟਵਾਰੀ ਜੁੜ ਜਾਂਦਾ। ਜਿਹੜੀ ਪੋਸਟ 'ਤੇ ਬੰਦਾ ਰਹਿੰਦਾ ਹੈ ਉਹ ਇੱਕ ਉਹਦੇ ਨਾਲ ਇੱਕ ਤਖੱਲਸ ਦੇ ਤੌਰ 'ਤੇ ਕਹਿ ਲਓ ਜਾਂ ਉਸ ਪੋਸਟ ਦਾ ਨਾਂ ਹੈ ਜਿਹੜਾ ਉਸ ਬੰਦੇ ਦੇ ਨਾਲ ਜੁੜ ਜਾਂਦਾ, ਭਾਵੇਂ ਉਹ ਕਈ ਪ੍ਰਮੋਸ਼ਨਾਂ ਵੀ ਅੱਗੇ ਲੈ ਚੁੱਕਿਆ ਹੋਵੇ, ਪਰ ਉਹ ਜਿਹੜੀ ਪਹਿਲੀ ਸ਼ੁਰੂਆਤੀ ਹੈ ਉਹ ਗੱਲ ਹੈ ਜਿਹੜੀ ਜੁੜ ਜਾਂਦੀ ਹੈ। ਤੇ ਇਸ ਕਰਕੇ ਪਟਵਾਰੀ ਦੇ ਨਾਲ ਪਟਵਾਰੀ ਸਾਹਿਬ ਲੱਗਣਾ, ਮਾਸਟਰ ਦੇ ਨਾਲ ਮਾਸਟਰ ਜੀ ਲੱਗਣਾ ਹੈ ਜੀ, ਕਾਨੂੰਗੋ ਸਾਹਿਬ ਲੱਗਣਾ, ਤਹਿਸੀਲਦਾਰ ਦੇ ਨਾਲ ਤਹਿਸੀਲਦਾਰ ਲੱਗਣਾ, ਇਹ ਇੱਕ ਮਤਲਬ ਸਾਡੀ ਪੰਜਾਬ ਦਾ ਇੱਕ ਵਿਰਸਾ ਕਹਿ ਲਓ ਜਾਂ ਇਹਨੂੰ ਆਪਦਾ ਪੰਜਾਬ ਦਾ ਸੱਭਿਆਚਾਰ ਵੀ ਕਹਿ ਸਕਦੇ ਹਾਂ, ਕਿਉਂਕਿ ਅਸੀਂ ਉਸ ਪੋਸਟ ਨੂੰ ਵਿਅਕਤੀ ਨਾਲੋਂ ਵੱਧ ਅਹਿਮੀਅਤ ਦਿੰਦੇ ਹਾਂ। ਜੇਕਰ ਮੈਂ ਗੱਲ ਕਰਾਂ ਜੀ ਪਟਵਾਰੀ ਸਾਹਿਬ ਦੀ, ਤੁਸੀਂ ਡੈਫੀਨੇਸ਼ਨ ਦੀ ਗੱਲ ਕੀਤੀ ਆ, ਤੁਸੀਂ ਪਿਛਲੇ ਇਤਿਹਾਸ ਬਾਰੇ ਵੀ ਦੱਸਿਆ, ਪਰ ਜੇ ਮੈਂ ਗੱਲ ਕਰਾਂ ਤਾਂ ਕਹਿੰਦੇ ਪਟਵਾਰੀਆਂ ਦਾ ਮੋਹ ਬਹੁਤ ਬਣ ਜਾਂਦਾ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਨਾਲ, ਬਹੁਤ ਸਾਰੇ ਘਰਾਂ ਦੇ ਨਾਲ ਕਹਿੰਦੇ ਰਿਲੇਸ਼ਨ ਹੀ ਇੰਨੇ ਲੰਮੇ ਹੁੰਦੇ, ਕਿਉਂਕਿ ਤੁਹਾਡਾ ਤਾਂ ਕਹਿੰਦੇ 30 ਸਾਲ ਦਾ ਜਿਹੜਾ ਕਹਿ ਸਕਦੇ ਵੀ ਲੰਮਾ ਸਮਾਂ ਤੁਸੀਂ ਇਸ ਪੋਸਟ ਦੇ ਉੱਪਰ ਰਹੇ ਹੋ। ਤੇ ਫਿਰ ਕਿਸ ਤਰ੍ਹਾਂ ਦਾ ਹੁੰਦਾ ਸਾਰਾ ਸਹਿਚਾਰ, ਕਿਵੇਂ, ਕਿਉਂਕਿ ਪਿੰਡਾਂ ਦੇ ਵਿੱਚ ਕਹਿੰਦੇ ਘਰ ਘਰ ਦੇ ਨਾਲ ਪਟਵਾਰੀ ਦਾ ਸਹਿਚਾਰ ਬਣ ਜਾਂਦਾ ਹੈ। ਅਸਲ ਪਟਵਾਰੀ ਨਾ ਜੀ ਪਿੰਡ ਦਾ ਮਾਲ ਅਫਸਰ ਹੁੰਦਾ ਜੀ। ਪਹਿਲਾਂ ਜਿਹੜੀ ਪਟਵਾਰੀ ਦੀ ਪੋਸਟ ਸੀ ਉਹ ਪਿੰਡਾਂ ਦੇ ਵਿੱਚ ਉਹਨਾਂ ਦੇ ਦਫ਼ਤਰ ਹੁੰਦੇ, ਉਹਦਾ ਜਿਹੜਾ ਰਹਿਣ ਸਹਿਣ ਸੀ ਉਸ ਪਿੰਡ 'ਚ ਹੀ ਹੁੰਦਾ,
ਲੋਕਾਂ ਦੇ ਨਾਲ ਉਹਨਾਂ ਦੀ ਭਾਈਚਾਰਕ ਸਾਂਝ ਬਣ ਜਾਂਦੀ, ਲੋਕਾਂ ਨਾਲ ਆਉਣਾ ਜਾਣਾ ਬਣ ਜਾਂਦਾ ਤੇ ਲੋਕਾਂ ਦੇ ਵਿਆਹ ਸ਼ਾਦੀ, ਕਿਉਂਕਿ ਜਿੱਥੇ ਰਹਿਣਾ ਉੱਥੇ ਹੀ ਸਾਰਾ ਕੁਝ ਬਣ ਜਾਂਦਾ ਹੁੰਦਾ ਸੀ। ਇਸ ਕਰਕੇ ਪਟਵਾਰੀਆਂ ਦਾ ਲੋਕਾਂ ਦੇ ਨਾਲ ਮਤਲਬ ਘੁਲ ਮਿਲ ਜਾਣਾ ਤੇ ਉਹਨਾਂ ਦੇ ਕੰਮ ਧੰਦਿਆਂ ਦੇ ਵਿੱਚ ਉਹ ਸ਼ਰੀਕ ਹੋਣਾ, ਜਾਂ ਕੋਈ ਮਤਲਬ ਇਦਾਂ ਦੀ ਕੋਈ ਬੱਚਿਆਂ ਨੂੰ ਕੋਈ ਸਿਖਾਉਣਾ, ਉਹ ਵੀ ਪਟਵਾਰੀ ਕੋਲੇ। ਜਾਂ ਪਿੱਛੇ ਇਹ ਹੁੰਦਾ ਵੀ ਜਿਵੇਂ ਅੰਗਰੇਜ਼ ਸਰਕਾਰ ਵੇਲੇ ਪਟਵਾਰੀ ਦਾ ਜਿਹੜਾ ਖਰਚਾ ਸੀਗਾ ਉਹ ਵੀ ਪੰਚਾਇਤਾਂ ਕਰਦੀਆਂ। ਇੱਕ ਜਿਹੜੀ ਅੰਗਰੇਜ਼ ਵੱਲੋਂ ਘੋੜੀ ਦਿੱਤੀ ਹੁੰਦੀ ਗਰਦੌਰੀ ਵਾਸਤੇ, ਉਹਦਾ ਵੀ ਜਿਹੜੇ ਛੋਲਿਆਂ ਵਗੈਰਾ ਦਾ ਇੰਤਜ਼ਾਮ ਆ ਉਹ ਪਿੰਡ ਵਾਲੇ ਹੀ ਕਰਦੇ ਹੁੰਦੇ ਸੀ ਸਾਰਾ। ਇਸ ਕਰਕੇ ਲੋਕਾਂ ਦੇ ਵਿੱਚੋਂ ਜਦੋਂ ਤੁਸੀਂ ਵਿਚਰੋਗੇ, ਜਿੱਥੇ ਰਹੋਗੇ, ਉੱਥੇ ਤੁਹਾਡਾ ਸਹਿਚਾਰ ਹੋਣਾ ਕੁਦਰਤੀ ਹੈ। ਇਸ ਕਰਕੇ ਜਿਹੜੇ ਸਿਆਣੇ ਬੰਦਿਆਂ ਦਾ ਸਹਿਚਾਰ ਵੱਧ ਬਣ ਜਾਂਦਾ ਹੈ, ਜਿਹੜੇ ਨਹੀਂ ਸਿਆਣੇ ਹੁੰਦੇ ਉਸ ਪੋਸਟ ਤੇ, ਉਹ ਸਹਿਚਾਰ ਬਣਾਉਣ ਦੀ ਬਜਾਏ ਆਪਦਾ ਗਵਾ ਵੀ ਲੈਂਦੇ ਜੀ। ਪਟਵਾਰੀ ਸਾਹਿਬ, ਜੇ ਅੱਜ ਦੀ ਮੈਂ ਗੱਲ ਕਰਾਂ ਤਾਂ ਕਿਉਂਕਿ ਤੁਸੀਂ ਇੱਕ ਲੰਮਾ ਸਮਾਂ ਇਸ ਸੇਵਾ ਦੇ ਉੱਪਰ ਰਹੇ ਹੋ, ਅੱਜ ਦੇ ਸਮੇਂ ਨੂੰ ਦੇਖਦੇ ਹੋ ਤੇ ਪਿਛਲੇ ਸਮੇਂ ਨੂੰ ਦੇਖਦੇ ਹੋ, ਜਦੋਂ ਤੁਸੀਂ ਇਸ ਨੌਕਰੀ ਦੇ ਉੱਤੇ ਭਰਤੀ ਹੋਏ, ਤੇ ਉਹ ਕਿੰਨਾ ਕੁ ਫਰਕ ਮੰਨਦੇ ਹੋ? ਦੇਖੋ ਜੀ, ਬਹੁਤ ਫਰਕ ਆ, ਦਿਨ ਰਾਤ ਦਾ ਹੀ ਫਰਕ ਆ ਗਿਆ ਜੀ। ਜਦੋਂ ਅਸੀਂ ਪਟਵਾਰ ਦੇ ਵਿੱਚ ਮੈਂ ਆਇਆ, ਉਦੋਂ ਆ ਹੁਣ ਵਰਗਾ ਨਹੀਂ ਸੀਗਾ, ਤੇ ਉਦੋਂ ਪਟਵਾਰੀ ਦੀ ਪੋਸਟ ਤੇ ਕੋਈ ਬਹੁਤੀ ਰਿਸ਼ਵਤ ਵੀ ਨਹੀਂ ਸੀ ਜੀ। ਕਿਉਂਕਿ ਇਹ ਜਿਹੜਾ ਦਿਨੋਂ ਬਦਿਨ ਲੋਕਾਂ ਨਾਲੋਂ ਤਾਲਮੇਲ ਟੁੱਟਦਾ ਗਿਆ, ਜਾਂ ਕੋਈ ਸਿਆਸੀ ਪ੍ਰੈਸ਼ਰ ਆ ਜਿਹੜਾ ਉਹ ਲੋਕਾਂ ਦੇ ਵੱਧਦਾ ਗਿਆ। ਸਾਡੇ ਵੇਲੇ ਤਾਂ ਕੋਈ ਸਿਆਸੀ ਪ੍ਰੈਸ਼ਰ ਨਹੀਂ ਹੁੰਦਾ ਸੀ, ਕੋਈ ਅਫਸਰ ਨੇ ਨਹੀਂ, ਕੋਈ ਬਹੁਤੀਆਂ ਕੋਈ ਬਗਾਰਾਂ ਸ਼ਿੰਗਾਰਾਂ ਨਹੀਂ ਹੁੰਦੀਆਂ ਸੀ। ਇਸ ਕਰਕੇ ਇੱਕ ਲੋਕਾਂ ਨਾਲ ਰਹਿਣ ਸਹਿਣ ਜਿਹੜਾ ਉਹ ਲੋਕਾਂ 'ਚ ਹੁੰਦਾ ਸੀ। ਇਸ ਗੱਲ ਨੂੰ ਵੇਖ ਕੇ ਜਿਹੜਾ ਹੁਣ ਦਾ ਜਿਹੜਾ ਸਮਾਂ ਹੈ ਉਹ ਬੜਾ ਭਿਆਨਕ ਜਿਹਾ ਤੇ ਨਾਜ਼ੁਕ ਦਾ ਬਣ ਜਾਂਦਾ, ਕਿਉਂਕਿ ਲੋਕਾਂ ਨਾਲ ਤਾਲਮੇਲ ਨਹੀਂ। ਇੱਕ ਮੈਂ ਤੁਹਾਨੂੰ ਦੱਸ ਦਿਆਂ, ਜੇ ਤੁਸੀਂ ਸਵਾਲ ਨਹੀਂ ਕਰਿਆ, ਸ਼ਾਇਦ ਤੁਹਾਡੇ ਜ਼ਿਹਨ ਦੇ ਵਿੱਚ ਇਹ ਸਵਾਲ ਹੋਵੇ ਵੀ ਪਟਵਾਰੀ ਜੇ ਨਾ ਵੀ ਕਰਪਸ਼ਨ ਕੋਈ ਕਰਦਾ ਹੋਵੇ ਤਾਂ ਵੀ ਉਹਦਾ ਨਾਂ ਕਰਪਸ਼ਨ ਨਾਲ ਕਿਉਂ ਜੁੜ ਜਾਂਦਾ। ਉਹਦਾ ਕਾਰਨ ਇਹ ਹੈ ਵੀ ਇੱਥੇ ਹਰ ਇੱਕ, ਜਦੋਂ ਪਟਵਾਰੀ ਨੇ ਪੈਨ ਖੋਲ੍ਹ ਲਿਆ, ਉਹਦੀ ਸਰਕਾਰੀ ਫੀਸ ਹੈ, ਕਾਪਿੰਗ ਫੀਸ ਹੈ। ਜਿਹੜੀ ਕਾਪਿੰਗ ਫੀਸ ਸਾਡੇ ਵੇਲੇ ਤਾਂ ਹੁੰਦੀ ਬਹੁਤ ਘੱਟ ਸੀ, ਵੀ ਵੱਧ ਤੋਂ ਵੱਧ ਕਿਸੇ ਦੀ 2-4 ਰੁਪਏ ਬਣਦੀ, ਉਹਦੀ ਕੋਈ ਪਰਵਾਹ ਨਹੀਂ ਹੁੰਦੀ ਸੀ। 2-4 ਰੁਪਏ ਉੱਧਰ ਹੀ ਹੋ ਸਕਦੇ ਹੁੰਦੇ ਸੀਗੇ। ਤੇ ਜੇ ਹੁਣ ਕਿਸੇ ਦੀ 5-5, 700, 1000 ਰੁਪਈਆ ਫੀਸ ਬਣੀ ਜਾਂਦੀ ਹੈ, ਜੇ ਕੋਈ ਇਮਾਨਦਾਰ ਪਟਵਾਰੀ ਤੁਹਾਨੂੰ ਸਰਕਾਰੀ ਫੀਸ ਵੀ ਮੰਗਦਾ ਹੈ, ਤੇ ਉਹ ਪਬਲਿਕ ਨੂੰ ਇਹ ਲੱਗਦਾ ਹੈ ਵੀ ਇਹ ਨਾ ਕਰਪਸ਼ਨ ਕਰ ਰਿਹਾ ਹੈ, ਰਿਸ਼ਵਤ ਮੰਗ ਰਿਹਾ ਹੈ। ਹਾਲਾਂਕਿ ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ। ਜਾਂ ਤਾਂ ਚੰਗੇ ਪਟਵਾਰੀਆਂ ਨੂੰ ਆਪਦੇ ਦਫ਼ਤਰਾਂ ਦੇ ਵਿੱਚ ਲਿਖ ਕੇ ਲਾ ਲੈਣਾ ਚਾਹੀਦਾ। ਜਿੱਥੇ ਸਰਕਾਰ ਹੈ, ਸਰਕਾਰ ਦਾ ਫਰਜ਼ ਬਣਦਾ ਵੀ ਇਹ ਲੋਕਾਂ ਨੂੰ ਜਾਗਰਤ ਕਰਾਵੇ ਵੀ ਆਹ ਚੀਜ਼ ਦੀ ਆਹ ਸਰਕਾਰੀ ਫੀਸ ਹੈ, ਇਹ ਰਿਸ਼ਵਤ ਨਹੀਂ ਹੈ। ਇਸ ਕਰਕੇ ਪਟਵਾਰੀ ਦੀ ਪੋਸਟ ਹੈ ਜਿਹੜੀ ਉਹ ਇੱਕ ਸ਼ੱਕੀ ਵੇਖੀ ਲੱਗ ਜਾਂਦੀ ਹੈ। ਉਹ ਕਿ ਜਿਹੜੀ ਸਰਕਾਰੀ ਫੀਸ ਹੈ ਉਹ ਤੁਸੀਂ ਜਾਓਗੇ ਦਫ਼ਤਰ, ਤੁਹਾਡਾ ਮੰਨ ਲਓ ਤੁਸੀਂ ਜਮ੍ਹਾਂਬੰਦੀ ਦੀ ਨਕਲ ਲਈ, ਹੁਣ ਜਿਹੜੀ ਪਰ ਪੇਜ, ਜੇ ਇੱਕ ਪੇਜ ਤੋਂ ਇੱਕ ਪਟਵਾਰੀ ਨੇ ਪੈਨ ਖੋਲ੍ਹ ਕੇ ਇੱਕ ਅੱਖਰ ਲਿਖਤਾ, ਉਹਦੀ 20 ਰੁਪਏ ਬਣ ਗਈ। ਹਰੇਕ ਬੰਦੇ ਦੀ 10 ਪੇਜ ਬਣ ਗਏ, 20 ਪੇਜ ਬਣ ਗਏ, ਉਹਨੂੰ 20 ਨਾਲ ਗੁਣਾ ਕਰੀ ਜਾਓ। ਹੁਣ ਉਹਦੀ ਮਜਬੂਰੀ ਹੈ, ਜੇ ਉਹ ਤੁਹਾਨੂੰ ਸਰਕਾਰੀ ਫੀਸ ਵੀ ਕਹਿੰਦਾ, ਤੁਹਾਨੂੰ ਐਂ ਲੱਗੂ ਯਾਰ ਇਹ ਸਰਕਾਰੀ ਪੋਸਟ ਤੇ ਬੈਠ ਕੇ ਇਹ ਮਤਲਬ ਰਿਸ਼ਵਤ ਮੰਗ ਰਿਹਾ। ਹੋਰ ਪੋਸਟਾਂ ਦੇ ਵਿੱਚ ਸਰਕਾਰੀ ਫੀਸ ਨਹੀਂ, ਕਿਤੇ ਕਲਰਕ ਦੀ ਕੋਈ ਸਰਕਾਰੀ ਫੀਸ ਨਹੀਂ, ਮਾਸਟਰ ਦੀ ਕੋਈ ਸਰਕਾਰੀ ਫੀਸ ਨਹੀਂ, ਹੋਰ ਜਿੰਨੇ ਵੀ ਅਦਾਰੇ ਆ ਉੱਥੇ ਨਾ ਸਰਕਾਰੀ ਫੀਸ ਹੋਣ ਕਰਕੇ ਉਹਨਾਂ ਦੀ ਬਦਨਾਮੀ ਘੱਟ ਹੁੰਦੀ ਹੈ। ਇਹਦੀ ਇੱਕ ਤਾਂ ਇਹ ਪਬਲਿਕ ਦੇ ਵਿੱਚ ਹੈ, ਇਹਦੀ ਸਿੱਧੀ ਪਬਲਿਕ ਡੀਲਿੰਗ ਹੈ। ਸੁਬਾਹ ਤੋਂ ਲੈ ਕੇ ਸ਼ਾਮ ਤੱਕ ਚੰਗੇ ਮਾੜੇ ਬੰਦਿਆਂ ਨਾਲ ਵਾਹ ਪਈ ਜਾਣਾ, ਤੇ ਇਸ ਗੱਲ ਦੇ ਨਾਲ ਉਹਦੀ ਬਦਨਾਮੀ ਹੋਈ ਜਾਂਦੀ ਹੈ। ਜਿਹੜੇ ਸਿਆਣੇ ਹੈ ਉਹ ਤਾਂ ਦੱਸ ਦਿੰਦੇ ਆ ਬਈ ਭਾਈ ਆ ਤੇਰੀ ਸਰਕਾਰੀ ਫੀਸ ਹੈ, ਉਹਦੀ ਬਕਾਇਦਾ ਰਸੀਦ ਵਗੈਰਾ ਵੀ ਕੱਟ ਕੇ ਦੇ ਦਿੰਦੇ ਆ, ਕਿਉਂਕਿ ਉਹਨਾਂ ਨੇ ਆਪਦਾ ਪੱਖ ਸਹੀ ਰੱਖਣਾ ਹੁੰਦਾ ਹੈ। ਤੇ ਕਈ ਹੁਣ ਭਾਵੇਂ ਰਸੀਦ ਵੀ ਦੇ ਦੇਣ, ਰਸੀਦਾਂ ਕੌਣ ਬਹਿੰਦਾ ਜੀ, ਤੁਸੀਂ ਇਹ ਸਮਾਜ ਦੇ ਹੀ ਹਿੱਸੋਂ, ਮੇਥੋਂ ਕਾਹਨੂੰ ਪੁੱਛਦੇ ਇਹ ਗੱਲਾਂ। ਬਿਲਕੁਲ। ਹਾਂਜੀ ਪਟਵਾਰੀ ਸਾਹਿਬ, ਤੁਸੀਂ ਨੇ ਇੱਕ ਵਿੱਚ ਗੱਲ ਕਹੀ, ਕਹਿੰਦੇ ਵੀ ਅਫਸਰਾਂ ਦੀਆਂ ਬਗਾਰਾਂ, ਕਹਿੰਦੇ ਵੀ ਇਹ ਬਗਾਰਾਂ ਹੁੰਦੀਆਂ ਕੀ ਸੀ, ਵੀ ਇਹ ਕਿਉਂ ਪਟਵਾਰੀ ਤੱਕ ਹੀ ਕਿਉਂ ਜਾਂਦੀਆਂ ਸੀ, ਜਾਂ ਹੋਰ ਅਹੁਦਿਆਂ ਤੱਕ ਹੀ ਕਿਉਂ ਜਾਂਦੀਆਂ ਸਨ? ਦੇਖੋ ਜੀ, ਇੱਕ ਨਾ ਸਾਡੇ ਦੇਸ਼ ਦਾ ਇੱਕ ਢਾਂਚਾ ਹੀ ਐਸਾ ਬਣ ਗਿਆ, ਉਹ ਸਾਰੀ ਗੱਲ ਰੈਵਨਿਊ ਡਿਪਾਰਟਮੈਂਟ ਤੇ ਖੜੀ ਹੈ। ਜੇ ਤਾਂ ਸਭ ਤੋਂ ਵੱਧ ਸਰਕਾਰ ਨੂੰ ਪੈਸੇ ਕਮਾਉਣ ਵਾਲੀ ਏਜੰਸੀ ਉਹ ਵੀ ਰੈਵਨਿਊ ਹੈ। ਜੇ ਰੈਵਨਿਊ ਨਾ ਹੋਵੇ, ਸਰਕਾਰ ਦੇ ਖਰਚੇ ਨਾ ਹੋਣ, ਸਭ ਤੋਂ ਵੱਧ ਪੈਸਾ ਕਮਾ ਕੇ ਦੇਣ ਵਾਲੀ ਰੈਵਨਿਊ ਡਿਪਾਰਟਮੈਂਟ ਹੈ। ਜੇ ਹੁਣ ਕੋਈ ਮੰਤਰੀ ਆਇਆ, ਕੋਈ ਲੀਡਰ ਆਇਆ, ਉਹਦਾ ਖਰਚਾ ਹੁਣ ਡਿਪਟੀ ਕਮਿਸ਼ਨਰ ਤਾਂ ਆਪਦੀ ਜੇਬ ਚੋਂ ਲਾਉਣੋਂ ਰਿਹਾ ਹੈ ਜੀ, ਉਹਦਾ ਤਹਿਸੀਲਦਾਰ ਨੂੰ ਪਤਾ, ਤਹਿਸੀਲਦਾਰ ਨੇ ਫਿਰ ਗਾਂ ਡਿਵਾਈਡ ਕਰਕੇ ਗਾਹਾਂ ਪਟਵਾਰੀਆਂ ਨੂੰ ਕਹਿਤਾ। ਬਸ ਸਾਡੇ ਵੇਲੇ ਨਹੀਂ ਹੁੰਦਾ ਸੀ, ਸਾਨੂੰ ਤਾਂ ਨਾ ਕਿਸੇ ਤਹਿਸੀਲਦਾਰ ਨੇ ਕਿਹਾ, ਨਾ ਸਾਨੂੰ ਕਿਸੇ ਡੀਸੀ ਨੇ ਕਿਹਾ, ਸਾਡੇ ਵੇਲੇ ਕੋਈ ਨਹੀਂ ਹੁੰਦਾ ਸੀ। ਹੁਣ ਸੁਣੀ ਦੀ ਹੈ ਗੱਲ,
ਇਹ ਕਹਿੰਦਾ ਮੈਂ ਤੁਹਾਨੂੰ ਇਹਦੇ ਵਿੱਚ ਕਹਿੰਦੇ ਵੀ ਕਹਿੰਦੇ ਹੁਣ ਤਾਂ ਕਹਿੰਦੇ ਵੀ ਜੇ ਕਿਤੇ ਕਿਸੇ ਨੂੰ ਲੱਡੂ ਖਵਾਉਣੇ ਆ ਜਾਂ ਕਿਸੇ ਦੀ ਅਫਸਰ ਦੀ ਰੋਟੀ ਦਾ ਪ੍ਰਬੰਧ ਕਰਨਾ ਹੈ ਜਾਂ ਹੋਰ ਹੈ ਕਹਿੰਦੇ ਤਾਂ ਪਟਵਾਰੀ ਸਾਹਿਬ ਨੂੰ ਕਹਿ ਦਿਓ ਪ੍ਰਬੰਧ ਕਰ ਦੇਣਗੇ। ਕਿੰਨੀਆਂ ਗੱਲਾਂ ਨਹੀਂ ਇਹ ਜਮਾ ਸੱਚ ਹੈ, ਬਹੁਤ ਸੱਚ ਹੈ। ਮੈਂ ਵੇਖਿਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਬਿਲਕੁਲ ਬਈ ਅਫਸਰਾਂ ਦੇ ਘਰੇ ਮੱਝਾਂ ਵੀ ਪਟਵਾਰੀਆਂ ਦੀਆਂ ਰੱਖੀਆਂ ਹੋਈਆਂ ਤੇ ਜੇ ਕਿਸੇ ਅਫਸਰ ਦੇ ਘਰੇ ਕੋਈ ਗੈਸਟ ਆ ਗਿਆ ਤੇ ਮੈਂ ਇਹ ਵੀ ਵੇਖਿਆ ਹੋਇਆ ਹੈ, ਸੁਣਿਆ ਹੋਇਆ ਨਹੀਂ ਵੀ ਭਾਈ ਆ ਇੱਕ ਬੋਤਲ ਤੇ ਮੱਛੀ ਭੇਜਦੀ, ਇਹ ਵੀ ਪਟਵਾਰੀ ਕਈ ਮੈਂ ਵੇਖਿਆ ਕਰਦੇ ਹੋਏ। ਅੱਛਾ ਇੱਥੋਂ ਤੱਕ ਗੱਲ ਚਲੀ ਜਾਂਦੀ ਹੈ। ਬਹੁਤ ਮਤਲਬ ਇਹ ਗੱਲ ਕੈਮਰੇ ਤੇ ਕਹਿਣ ਨੂੰ ਆਪਾਂ ਨੂੰ ਕਹਿਣੀ ਨਹੀਂ ਚਾਹੀਦੀ ਸੀ, ਇਹ ਗਿਰਾਵਟ ਹੈਗੀ ਹੈ ਬਿਲਕੁਲ। ਹਾਂਜੀ ਪਟਵਾਰੀ ਸਾਹਿਬ ਹੁਣ ਗੱਲ ਇਹ ਆ ਵੀ ਕਹਿੰਦੇ ਨਾ ਪਟਵਾਰੀਆਂ ਦੇ ਨਾਮ ਨੂੰ ਲੈ ਕੇ ਨਾ ਬਹੁਤ ਇੱਕ ਕਹਿ ਸਕਦੇ ਆ ਵੀ ਚੁਟਕਲੇ ਵੀ ਬਣਾਏ ਜਾਂਦੇ ਆ ਤੇ ਇੱਕ ਗੱਲ ਵੀ ਕਹਿ ਦਿੱਤੀ ਜਾਂਦੀ ਹੈ, ਇੱਥੋਂ ਤੱਕ ਵੀ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਹਿੰਦੇ ਪਿੰਡਾਂ ਦੇ ਵਿੱਚ ਜਿਹੜੇ ਪਟਵਾਰੀ ਕਹਿੰਦੇ ਤੁਰਿਆ ਜਾਂਦਾ ਮੱਝ ਦੇ ਥਾਪੀ ਮਾਰਦੇ ਕਹਿੰਦੇ 3 ਕਿਲੋ ਦੁੱਧ ਵੱਧ ਦੇਣ ਲੱਗ ਜਾਂਦੀ ਹੈ। ਮਤਲਬ ਇਹ ਇਹੋ ਜਿਹੀਆਂ ਗੱਲਾਂ ਕਿਉਂ ਕੀਤੀਆਂ ਜਾਂਦੀਆਂ? ਨਹੀਂ ਵੇਖੋ ਜੀ, ਪਟਵਾਰੀ ਦੀ ਮੈਂ ਤੁਹਾਨੂੰ ਦੱਸਿਆ ਨਾ ਵੀ ਐਂ ਪੋਸਟ ਸੀ ਜੀ ਤੇ ਆਪਣੇ ਦੇਸ਼ ਦੀ ਸਭ ਤੋਂ ਪੁਰਾਣੀ ਪੋਸਟ ਹੈ। ਪਟਵਾਰੀ ਦੇ ਨਾਲ ਬਹੁਤ ਲੋਕ ਗੀਤ ਵੀ ਬਣੇ ਆ ਜੀ। ਪਟਵਾਰੀ ਫਖਰ ਦੇ ਨਾਲ ਵੀ ਪਟਵਾਰੀ ਦੇ ਲੋਕ ਗੀਤ ਬਣੇ ਆ, ਜਿਵੇਂ ਕੁੜੀਆਂ ਗਾਉਂਦੀਆਂ ਮੇਰਾ ਵੀਰ ਨਹੀਂ ਲੱਛਾ ਪਟਵਾਰੀ ਹੈ, ਧੁੱਪੇ ਨਹੀਂ ਜ਼ਮੀਨ ਮਿੰਦਾ, ਜਾਂ ਮੇਰਾ 25 ਪਿੰਡਾਂ ਦਾ ਢੋਲ ਨਹੀਂ ਪਟਵਾਰੀ, ਇਹੋ ਜਿਹਾ ਕੁਝ ਬਣਿਆ ਹਨਾ। ਤੇ ਦੂਸਰੇ ਪਾਸੇ ਵੀ ਪਟਵਾਰੀਆਂ ਦੀਆਂ ਇਹ ਵੀ ਬਣੀਆਂ ਮਤਲਬ ਇੱਕ ਲੋਕ ਗੀਤਾਂ ਦਾ ਜਿਹੜਾ ਦੂਸਰਾ ਪੱਖ ਹੈ ਵੀ ਮੁੰਡਾ ਆ ਗਿਆ ਨਵਾਂ ਪਟਵਾਰੀ ਜਰੀਬ ਨਾਲ ਕੱਦ ਨਾਪਦਾ, ਕਿਉਂਕਿ ਇਹ ਉਦੋਂ ਆਉਂਦੀਆਂ ਜਦੋਂ ਕੋਈ ਕਿਸ ਦਾ ਜਿਸ ਦਾ ਆਧਾਰ ਹੋਊਗਾ। ਜਿੰਨਾ ਆਧਾਰ ਲੋਕਾਂ 'ਚ ਹੋਊਗਾ ਉਹਨਾਂ ਉਹਦੇ ਸੱਭਿਆਚਾਰ ਨਾਲ ਤੇ ਉਹਦੇ ਲੋਕ ਗੀਤਾਂ ਨਾਲ ਆਧਾਰ ਹੋਊਗਾ। ਇਸ ਕਰਕੇ ਹੁਣ ਪਟਵਾਰੀ ਦੀ ਪੋਸਟ ਨਾਲ ਕੁਝ ਹੋਰ ਗੱਲਾਂ ਜੋੜਨ ਲੱਗ ਗਏ ਲੋਕ, ਕਿਉਂਕਿ ਪਟਵਾਰੀ ਦੀ ਪੋਸਟ ਹੈ ਜਿਹੜੀ ਉਹ ਹੌਲੀ ਸਰਕਾਰਾਂ ਵੱਲੋਂ ਵੀ ਤੇ ਲੋਕਾਂ ਵੱਲੋਂ ਵੀ ਨਾ ਜਾਣਕਾਰੀ ਹੋਣ ਕਰਕੇ ਇੱਕ ਮਤਲਬ ਨਾ ਹਾਸ਼ੀਏ ਦੇ ਵਿੱਚ ਚਲੀ ਗਈ ਤੇ ਉਹ ਹਾਸ਼ੀਆ ਜਿਹੜਾ ਉਹ ਲੋਕਾਂ ਨੂੰ ਜਾਣਕਾਰੀ ਹਾਸਲ ਕਰਕੇ ਤੋੜ ਦੇਣਾ ਚਾਹੀਦਾ। ਬਿਲਕੁਲ। ਮੈਂ ਨਾ ਜਿਵੇਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸੀ ਕਹਿੰਦੇ ਪਿੰਡ ਦੇ ਵਿੱਚ ਨਾ ਹਰ ਬੰਦਾ ਕਹਿੰਦਾ ਪਟਵਾਰੀ ਨਾਲ ਨਾ ਵਿਗਾੜਿਓ ਯਾਰ, ਜੇ ਕਹਿੰਦਾ ਪਟਵਾਰੀ ਨਾਲ ਬਣਾ ਕੇ ਰੱਖਿਓ, ਜੇ ਪਟਵਾਰੀ ਨਾਲ ਵਿਗੜ ਗਈ ਕਹਿੰਦੇ ਜਿਹੜੀ ਤੇਰੇ ਕੋਲ 4 ਮਰਲੇ ਆਉਂਦੀ ਹੈ ਨਾ ਕਹਿੰਦਾ ਲੀਹਾਂ 'ਚ ਹੀ ਬਿੰਨ ਦੂਗਾ, ਕਹਿੰਦੇ ਉਹਦਾ ਰਾਹਾਂ 'ਚ ਹੀ ਰੋਲ ਦੂਗਾ। ਵੀ ਇਹ ਗੱਲਾਂ ਕਿਉਂ ਕਹਿੰਦੇ ਸੀ? ਨਹੀਂ ਉਹ ਬਿਲਕੁਲ ਉਹ ਗੱਲ ਫਜ਼ੂਲ ਹੈ। ਵੇਖੋ ਮੈਂ ਤੁਹਾਨੂੰ ਦੱਸਾਂ, ਪਟਵਾਰੀ ਕੋਲੇ ਐਸੀ ਕੋਈ ਵੀ ਪਾਵਰ ਨਹੀਂ ਜਿਹੜੀ ਤੁਹਾਡੀ ਜ਼ਮੀਨ ਦੀ 1 ਮਰਲੇ ਨੂੰ ਵੀ ਆਸੇ-ਪਾਸੇ ਕਰ ਸਕਦਾ ਹੋਵੇ ਪਟਵਾਰੀ ਕੋਈ। ਜੇ ਕੋਈ ਸਹਿਵਣ ਗਲਤੀ ਤੇ ਰਹਿ ਵਿੱਚ ਜਾਂਦੀ ਹੈ ਤਾਂ ਰੈਵਨਿਊ ਦੇ ਵਿੱਚ ਬੜਾ ਵਧੀਆ ਸਾਫ਼ ਰਿਕਾਰਡ ਹੈ। ਵੇਖੋ ਜੇ ਤਾਂ ਤੁਹਾਡੀ ਇੰਤਕਾਲ ਗਲਤ ਹੋ ਗਿਆ, ਜਦੋਂ ਪਤਾ ਲੱਗਿਆ ਇੰਤਕਾਲ ਸੇਧ ਹੈਗਾ, ਉਹਦੇ ਨਾਲ ਅਸੀਂ ਠੀਕ ਕਰ ਦਿੰਦੇ ਹਾਂ। ਮੰਨ ਲਓ ਬੰਦਾ ਲਿਖਦਾ ਕੋਈ ਕਿਸੇ ਦਾ ਨਾਂ ਗਲਤ ਲਿਖ ਗਿਆ, ਕਿਸੇ ਨਾਲ ਕੋਈ ਮੈਲਾਫਾਈਡ ਟੈਨਸ਼ਨ ਤਾਂ ਹੈ ਨਹੀਂ, ਕੋਈ ਨੰਬਰ ਖਸਰਾ ਗਲਤ ਪੈ ਗਿਆ, ਉਹ ਜਦੋਂ ਸਾਡੇ ਵੇਲੇ ਪਤਾ ਲੱਗਦਾ ਸੀ ਸਾਨੂੰ, ਉਦੋਂ ਅਸੀਂ ਕੀ ਕਰਦੇ ਸੀ, ਅਸੀਂ ਤਾਂ ਕਿਸੇ ਨੂੰ ਦੱਸਦੇ ਨਹੀਂ ਸੀ, ਉਹਦਾ ਕਦੇ ਫਰਦ ਬਦਰ ਬਣਾਈ ਦਰੁਸਤੀ ਕਰਤੀ। ਰੈਵਨਿਊ ਦੇ ਵਿੱਚ ਗਲਤੀ ਹੋਣ ਦੀ ਸੰਭਾਵਨਾ ਹੀ ਨਹੀਂ, ਕਿਉਂਕਿ ਇਹਨੇ ਰਿਕਾਰਡ ਨੇ 3 ਹੱਥਾਂ 'ਚ ਜਾਣਾ। ਪਟਵਾਰੀ ਲਿਖਤਕਾਰ ਹੈ, ਉਹਦਾ ਇੱਕ ਪੜਤਾਲ ਕਰਨ ਆਉਂਦਾ ਜਿਹੜਾ 100% ਪੜਤਾਲ ਕਰਦਾ, ਉਹ ਕਾਨੂੰ ਉਹ ਹੈ। ਉਹਦਾ ਜਿਹੜਾ ਫੈਸਲਾ ਕਰਦਾ ਹੈ ਉਹ ਫੈਸਲਾ ਕਰਨ ਵਾਲੀ ਅਥਾਰਟੀ ਤਹਿਸੀਲਦਾਰ ਹੈ। ਇਸ ਕਰਕੇ ਰੈਵਨਿਊ ਦੇ ਵਿੱਚ ਤਾਂ ਗਲਤੀ ਹੋਣ ਦੀ ਸੰਭਾਵਨਾ ਕੋਈ ਨਹੀਂ। ਤਾਂ ਲੋਕਾਂ ਦੀਆਂ ਐਵੇਂ ਗੱਲਾਂ ਬਣਾਈਆਂ ਹੋਈਆਂ ਤੇ ਐਂ ਦਾ ਹੋਵੇ ਤਾਂ ਫਿਰ ਪਟਵਾਰੀ ਇੱਕ ਪਿੰਡ ਜਾਵੇ 100 ਕਿੱਲਾ ਆਪਦੇ ਨਾਂ ਜ਼ਮੀਨ ਕਰ ਲੇ, ਮੁੜ ਕੇ ਉਹਨੂੰ ਨੌਕਰੀ ਕਰਨ ਦੀ ਲੋੜ ਹੀ ਨਹੀਂ। ਇਹ ਨਹੀਂ ਹੈਗਾ 1 ਮਰਲਾ ਵੀ 1 ਇੰਚ ਵੀ ਜ਼ਮੀਨ ਨੂੰ ਆਸੇ-ਪਾਸੇ ਕਰਨ ਦੀ ਪਟਵਾਰੀ ਕੀ ਵੱਡੀ ਤੋਂ ਵੱਡੀ ਪੋਸਟ ਕੋਲੇ ਵੀ ਕਿਸੇ ਕੋਲੇ ਕੋਈ ਅਧਿਕਾਰ ਨਹੀਂ ਹੈ। ਕਹਿੰਦੇ ਪਟਵਾਰੀ ਦੇ ਕੁੰਡੀਆਂ ਬਹੁਤ ਰੱਖਣ ਦੇ ਵਿੱਚ ਕਹਿੰਦੇ ਪਟਵਾਰੀ ਦੀ ਕੁੰਡੀ ਰੱਖੀ ਕਹਿੰਦੇ ਤੁਸੀਂ ਰਜਿਸਟਰੀ ਨਹੀਂ ਕਰਾ ਸਕਦੇ। ਉਹ ਤਾਂ ਜਦੋਂ ਮਨਾਂ ਦੇ ਵਿੱਚ ਭੁਲੇਖੇ ਪੈ ਜਾਣ ਨਾ ਜੀ, ਜੇ ਤਾਂ ਮਨ ਦੀ ਇਹ ਹੁੰਦੀ ਹੈ, ਜੇ ਤਾਂ ਮੇਰਾ ਮੰਨ ਲਓ ਵਿਅਕਤੀਗਤ ਕਿਸੇ ਪੋਸਟ ਦਾ ਸਤਿਕਾਰ ਬਣਿਆ, ਜਿਵੇਂ ਆਪਾਂ ਪਿੱਛੇ ਲੋਕ ਗੀਤਾਂ ਦੀ ਗੱਲ ਕਰਕੇ ਹਟੇ ਆ, ਫਿਰ ਤਾਂ ਉਹ ਸਤਿਕਾਰ ਬਣਿਆ ਰਹੂਗਾ, ਉਹੋ ਜੀ ਗੱਲ ਕੀਤੀ ਜਾਊਗੀ ਵੀ ਇੱਥੇ ਕੁਝ ਨਹੀਂ ਹੁੰਦਾ। ਜਦੋਂ ਉਸ ਸਤਿਕਾਰ ਨੂੰ ਲੋਕ ਮਨਾਂ 'ਚ ਢਾਹ ਲੱਗ ਗਈ, ਫਿਰ ਉਹ ਕਹਿੰਦੇ ਤਾਂ ਗਾਉਂਦੀਆਂ ਦੇ ਸਿੱਠਣੀਆਂ ਤੇ ਲੜਦੀਆਂ ਦੇ ਮਿਹਣੇ ਵਾਲੀ ਹੁੰਦੀ ਹੈ, ਗੱਲ ਤਾਂ ਦੋਨੇ ਗਾਲਾਂ ਹੀ ਆ ਨਾ। ਫਿਰ ਉਹ ਐਂ ਲੱਗੀ ਜਾਂਦਾ ਵੀ ਇਹ ਸ਼ਾਇਦ ਜੀ ਪਟਵਾਰੀ ਸਾਡਾ ਐਂ ਨਾ ਕਰਦੇ, ਕਿਉਂਕਿ ਫਿਰ ਉਹ ਕਹਿੰਦੇ ਹੁੰਦੇ ਨਾ ਵੀ ਜਦੋਂ ਕਿਸੇ ਨਾਲ ਨਾ ਬਣਦੀ ਹੋਵੇ ਖੰਘ ਆਈ ਨੂੰ ਵੀ ਘੰਗੂਰਾ ਬਣਾ ਲੈਂਦੇ ਆ ਵੀ ਯਾਰ ਇਹਦਾ ਮੈਨੂੰ ਘੰਗੂਰਾ ਮਾਰਦਾ। ਇਹ ਤਾਂ ਹੁਣ ਲੋਕਾਂ ਦੀ ਮਾਨਸਿਕਤਾ ਹੈ, ਉਹਨੂੰ ਕਿਸੇ ਪਾਸੇ ਲਾ ਲਓ। ਮੈਂ ਮਾਨਸਿਕਤਾ ਦੀ ਤਾਂ ਗੱਲ ਕਰ ਰਿਹਾ ਕਿਉਂਕਿ ਐਕਚੁਅਲ 'ਚ ਨਾ ਜਦੋਂ ਪਟਵਾਰੀ ਸ਼ਬਦ ਦੀ ਗੱਲ ਆਉਂਦੀ ਹੈ ਜਾਂ ਪਿੰਡਾਂ 'ਚ ਕਰਦੇ ਆਪਾਂ, ਕਿਉਂਕਿ ਨੋਰਮਲ ਜ਼ਿਆਦਾਤਰ ਪਿੰਡਾਂ ਨਾਲ ਵਾਹ ਪਟਵਾਰੀਆਂ ਦਾ ਜ਼ਿਆਦਾ ਪੈਂਦਾ, ਕਿਉਂਕਿ ਸ਼ਹਿਰਾਂ ਦੇ ਵਿੱਚ ਹੋਰ ਸਿਸਟਮ ਦੇ ਹਿਸਾਬ ਨਾਲ ਲੋਕ ਸੋਚਦੇ ਆ, ਜ਼ਮੀਨਾਂ ਨੂੰ ਲੈ ਕੇ ਸੋਚਦੇ ਆ। ਕਿਉਂਕਿ ਤੁਸੀਂ ਇੰਨਾ ਟਾਈਮ ਤੁਸੀਂ ਇਸ ਨੌਕਰੀ ਦੇ ਉੱਪਰ ਰਹੇ ਹੋ, ਡਿਊਟੀ ਦੇ ਉੱਪਰ ਰਹੇ ਹੋ, ਤੇ ਜਦੋਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਸੀ ਉਸ ਟਾਈਮ ਵਿਚਰਦੇ ਸੀ, ਅੱਜ ਕੱਲ੍ਹ ਤਾਂ ਜਿਹੜਾ ਅੱਜ ਕੱਲ੍ਹ ਦੇ ਰੁਝਾਨ ਤੇ ਉਸ ਹੁਣ ਉਦੋਂ ਦੇ ਰੁਝਾਨ ਦਾ ਕਿੰਨਾ ਕੁ ਫਰਕ ਮੰਨਦੇ? ਨਹੀਂ ਬਹੁਤ ਜ਼ਿਆਦਾ ਫਰਕ ਹੈ ਜੀ। ਹੁਣ ਸਾਡੇ ਰੁਝਾਨ ਦਾ ਇਹ ਹੈ ਵੀ ਅਸੀਂ ਜਿੱਥੇ ਰਹੇ ਹਾਂ ਮੈਂ ਸਾਰੇ ਪਿੰਡ ਨਾਲ ਵਰਤਦਾ,
ਸਾਰਾ ਪਿੰਡ ਮੇਰੇ ਆਉਂਦਾ। ਮੈਂ ਹੁਣ ਜਿਹੜੇ ਪਿੰਡਾਂ 'ਚ ਮੈਂ ਰਿਹਾ ਮੈਂ ਹੁਣ ਆਵਾਜ਼ ਮਾਰਦਾ 5000 ਬੰਦਾ ਇਕੱਠਾ ਕਰ ਦੂੰਗਾ, ਗਰੰਟੀ ਨਾਲ ਕਹਿਣਾ। ਤੇ ਜੇ ਹੁਣ ਕੋਈ ਪਟਵਾਰੀ ਰਹਿ ਗਿਆ ਉੱਥੇ ਆਪਦਾ ਆਧਾਰ ਨਹੀਂ ਬਣਾ ਸਕਦਾ ਜਾਂ ਉਹ ਦੂਜਾ ਪੱਖ ਉਹਦੇ ਤੇ ਭਾਰੂ ਹੋ ਗਿਆ ਪੈਸੇ ਵਾਲਾ, ਤੇ ਫਿਰ ਉਹ ਤਾਂ ਇੱਕ ਗੱਲ ਹੀ ਬਣੂਗੀ ਨਾ, ਜਾਂ ਤਾਂ ਤੁਹਾਡੀ ਇੱਜ਼ਤ ਬਣੂਗੀ ਜਾਂ ਪੈਸਾ ਬਣੂਗਾ। ਤੁਸੀਂ ਚੋਣ ਕਿਹੜੀ ਗੱਲ ਦੀ ਕਰਨੀ ਹੈ? ਤੁਸੀਂ ਲੋਕਾਂ ਨਾਲ ਵਿਚਰਨਾ ਕਿਵੇਂ ਹੈ? ਤੁਸੀਂ ਲੋਕਾਂ ਨਾਲ ਚੰਗੇ ਵਿਚਰੋ, ਉਹਨਾਂ ਦੀ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਭਾਈਵਾਲ ਬਣੋ। ਰਿਕਾਰਡ ਪ੍ਰਤੀ ਤਾਂ ਅਸੀਂ ਨਹੀਂ ਕੁਝ ਕਰ ਸਕਦੇ, ਊਂ ਤਾਂ ਅਸੀਂ ਲੋਕਾਂ ਦੇ ਭਾਈਵਾਲ ਬਣ ਹੀ ਨਹੀਂ ਸਕਦੇ ਨਾ ਜੀ। ਤੇ ਇਸ ਕਰਕੇ ਤੁਸੀਂ ਉਹਦੇ ਵਿੱਚ ਚੱਲੋ ਤੇ ਤੁਹਾਡਾ ਸਤਿਕਾਰ ਬਣੂਗਾ। ਹੁਣ ਮੈਂ ਤਾਂ ਪਟਵਾਰ ਹੁੰਦੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦਾ ਪ੍ਰਚਾਰ ਕਰਦਾ ਰਿਹਾ, ਮੈਨੂੰ ਤਾਂ ਪੂਰੇ ਪ੍ਰਸ਼ਾਸਨ ਨੇ ਸਾਥ ਦਿੱਤਾ, ਪੂਰੇ ਆਲੇ ਅਫਸਰ ਮੇਰੇ ਸਮਾਗਮਾਂ 'ਚ ਲੋਕਾਂ ਦੇ ਘਰੋਂ ਘਰੀ ਜਾ ਕੇ ਲੋਕਾਂ ਦੇ ਬੱਚਿਆਂ ਦੇ ਨਸ਼ੇ ਛਡਾਏ ਹੈ ਜੀ। ਤੇ ਉਹਦੇ ਫਿਰ ਤੁਹਾਡਾ ਜਿੰਨੀ ਤੁਸੀਂ ਲੋਕਾਂ ਵਾਸਤੇ ਤੁਰੋਗੇ, ਲੋਕਾਂ ਵਾਸਤੇ ਚੰਗਾ ਕਰੋਗੇ, ਉਹਦੀ ਵੇਖੋ ਉਹਦੀ ਸੈਲਫ ਜਿਹੜੀ ਰਿਸਪੈਕਟ ਹੈ ਉਹ ਤਾਂ ਤੁਹਾਡੇ ਵਾਸਤੇ ਬਰਕਰਾਰ ਰਹੂਗੇ ਨਾ ਜੀ। ਕਹਿੰਦੇ ਪਟਵਾਰੀਆਂ ਦੇ ਘਰਾਂ 'ਚੋਂ ਗੰਨੇ, ਦੁੱਧ ਤੇ ਲੱਸੀ ਨਹੀਂ ਮੁੱਕਦੀ, ਕਹਿੰਦੇ ਪਿੰਡ ਵਾਲੇ ਆਮ ਕਰ ਦਿੰਦੇ ਆ। ਉਹ ਜੱਸੀ ਜੀ ਗੱਲ ਸੁਣੋ, ਗੰਨੇ ਵੇਖੋ ਨਾ ਤਾਂ ਹੁਣ ਗੰਨੇ ਰਹੇ ਜੀ, ਨਾ ਹੁਣ ਲੱਸੀ ਰਹੀ ਹੈ ਜੀ। ਜਦੋਂ ਇਹ ਗੱਲਾਂ ਦਾ ਅੰਤ ਹੋ ਗਿਆ ਤੇ ਉਦੋਂ ਇਹ ਗੱਲ ਪ੍ਰਚਲਿਤ ਹੋ ਗਈ ਹੈ ਜੀ। ਤੇ ਜੇ ਗੰਨਾ ਹੈ ਨਹੀਂ ਤੇ ਪਟਵਾਰੀ ਦੇ ਘਰੋਂ ਕਿੱਥੋਂ ਆਊ? 2 ਕਿਲੋ ਦੁੱਧ ਹੁੰਦਾ ਹੈ ਜੀ, 2.25 ਕਿਲੋ ਬੰਦਾ 2.5 ਕਿਲੋ ਢੋਲ ਵਾਲੇ ਨੂੰ ਪਾ ਦਿੰਦਾ। ਤੁਸੀਂ ਮੇਰੀ ਗੱਲ ਫਾਲੋ ਕਰਕੇ। ਤੇ ਲੱਸੀ ਦਾ ਕੀ ਮਤਲਬ? ਪਹਿਲਾਂ ਹੀ ਅੱਧਾ ਕਿਲੋ ਤਾਂ ਪਹਿਲਾਂ ਹੀ ਪਾਣੀ ਪਾ ਕੇ ਉਹਦੇ 'ਚ ਵਾਧਾ ਕਰਕੇ ਵੇਚਤਾ। ਲੱਸੀ ਵਾਲੀ ਗੱਲ ਕਿੱਥੋਂ ਆ ਗਈ? ਬਾਕੀ ਉਹ ਸਤਿਕਾਰ ਤੇ ਹੀ ਆਉਂਦੀ ਹੈ। ਜੇ ਕੋਈ ਨਾ ਵੀ ਕੋਈ ਇਹੋ ਜਿਹੀ ਪੋਸਟ ਤੇ ਹੋਵੇ ਤੇ ਜੇ ਕਿਸੇ ਦਾ ਕੋਈ ਸਤਿਕਾਰ ਬਣਿਆ ਤੇ ਜੇ ਕੋਈ ਸਤਿਕਾਰ ਦੇ ਤੌਰ ਤੇ ਕਿਸੇ ਦਾ ਸਤਿਕਾਰ ਕਰਦਾ ਹੈ ਤੇ ਉਹ ਵੀ ਹੁੰਦਾ। ਵੈਸੇ ਤਾਂ ਇਹ ਗੱਲ ਮੈਂ ਤਾਂ ਨਹੀਂ ਮੰਨਦਾ ਕੋਈ। ਤੁਹਾਡੇ ਵੇਲੇ ਸੀਗੀ ਜਦੋਂ? ਨਹੀਂ ਇਹੋ ਜਿਹੀ ਗੱਲ ਕੋਈ ਨਹੀਂ। ਇਹੋ ਜਿਹਾ ਸਤਿਕਾਰ ਤਾਂ ਜ਼ਰੂਰ ਸੀਗਾ। ਤੇ ਅਸੀਂ ਤਾਂ ਸਾਰੀ ਉਮਰ ਕਿਸੇ ਦੇ ਘਰੋਂ ਚਾਹ ਨਹੀਂ ਪੀਤੀ, ਪਿਆ ਤਾਂ ਭਾਵੇਂ ਦਿੱਤੀ ਹੋਵੇ। ਵੇਖੋ ਜਿੱਥੋਂ ਤੱਕ ਮੈਂ ਆਪ ਦਾ ਕਹਿ ਸਕਦੇ ਹਾਂ, ਜੇ ਕਿਸੇ ਨੇ ਚਾਹ ਲੈ ਵੀ ਆਂਦੀ ਦਫ਼ਤਰ 'ਚ ਦੂਜੇ ਦਿਨ ਜਿੰਨਾ ਚਿਰ ਉਹਨੂੰ ਪਿਆਈ ਨਹੀਂ ਚਾਹ ਉਹਨਾਂ ਚਿਰ ਆਪ ਨੂੰ ਜਗ ਨਹੀਂ ਆਈ ਹੈ ਜੀ। ਇਹ ਤਾਂ ਤੁਹਾਡਾ ਉਹੀ ਹੈ ਨਾ, ਮੈਂ ਪਹਿਲਾਂ ਦੱਸ ਕੇ ਹਟਿਆ। ਤਾਂ ਹੀ ਅੱਜ ਤੱਕ ਲੋਕਾਂ ਨਾਲ ਵਰਤਦੇ ਆ, ਤਾਂ ਹੀ ਰੋਜ਼ ਸਟੇਜਾਂ ਤੇ ਬੋਲਦੇ ਆ। ਤੇ ਨਹੀਂ ਤਾਂ ਫਿਰ ਜੇ ਤੁਹਾਡੇ ਚਿੱਟੇ ਕੱਪੜੇ ਪਾ ਕੇ ਤੁਸੀਂ ਸਟੇਜਾਂ ਤੇ ਰੋਜ਼ ਕਿਵੇਂ ਖੜੋਗੇ? ਲੋਕ ਬਾਹਾਂ ਫੜ ਲੈਣ। ਤੁਹਾਨੂੰ ਚੰਗਾ ਬਣਨਾ ਪਊਗਾ, ਲੋਕਾਂ 'ਚੋਂ ਵਿਚਰਨਾ ਪਊਗਾ। ਲੋਕਾਂ ਨੂੰ ਵੀ ਵੇਖੋ, ਸਾਡੇ ਸਮਾਜ ਦੇ ਵਿੱਚ ਸਾਨੂੰ ਜਾਣਕਾਰੀ ਬਹੁਤ ਘੱਟ ਹੈ ਕਿਸੇ ਵੀ ਵਿਸ਼ੇ ਤੇ। ਇੱਕ ਮੈਂ ਤੁਹਾਨੂੰ ਗੱਲ ਸਾਡੀ ਗੱਲ ਨਾਲ ਰਿਲੇਟਡ ਗੱਲ ਹੀ ਸੁਣਾ ਦਿੰਦਾ। ਮੈਂ ਕਈ ਦਿਨ ਹੋ ਗਏ ਇੱਕ ਟੀਵੀ ਚੈਨਲ ਵੇਖ ਰਿਹਾ ਸੀ। ਉਹ ਮੈਂ ਚਲੋ ਵਿਅਕਤੀ ਦਾ ਨਾਂ ਤਾਂ ਨਹੀਂ ਲੈਂਦਾ, ਉਹ ਆਪਦੇ ਆਪ ਨੂੰ ਪ੍ਰੋਫੈਸਰ ਕਹਾਉਂਦਾ। ਉਹ ਤੋਂ ਤੁਹਾਡੇ ਵਰਗੇ ਪੱਤਰਕਾਰ ਨੇ ਸਵਾਲ ਕਰਤਾ ਵੀ ਜੀ ਪਟਵਾਰੀ ਰਿਸ਼ਵਤ ਬਹੁਤ ਲੈਂਦੇ ਆ। ਉਹ ਭਲਾ ਪੁਰਸ਼ ਜਿਹੜਾ ਆਪਦੇ ਆਪ ਨੂੰ ਸਿੱਖ ਬੁੱਧੀਜੀਵੀ ਵੀ ਸਮਝਦਾ ਹੈ, ਉਹ ਬਿਆਨ ਦੇ ਰਿਹਾ, ਕਹਿੰਦਾ ਜੀ ਮੈਂ ਪਟਵਾਰੀਆਂ ਕੋਲੇ ਬਹੁਤ ਕੰਮ ਗਿਆ, ਮੇਥੋਂ ਕਦੇ ਪਟਵਾਰੀ ਨੇ ਪੈਸੇ ਨਹੀਂ ਲਏ, ਪਰ ਪਟਵਾਰੀ ਰਿਸ਼ਵਤ ਲੈਂਦੇ ਆ। ਲੈ ਦੱਸੋ ਹੁਣ ਇਹਦਾ ਕੋਈ ਸਮੂਹ ਸਿਰ ਹੈ? ਜਦੋਂ ਤੇਥੋਂ ਕਿਸੇ ਨੇ ਪੈਸਾ ਨਹੀਂ ਲਿਆ ਤੇ ਤੂੰ ਇਹ ਗੱਲ ਦੀ ਮੋਹਰ ਕਿਵੇਂ ਲਾ ਰਿਹਾ ਵੀ ਪਟਵਾਰੀ ਰਿਸ਼ਵਤਖੋਰ ਹੈ? ਸਾਡੀ ਬੁੱਧੀ, ਸਾਡੀ ਬੌਧਿਕਤਾ, ਸਾਡੀ ਮਾਨਸਿਕਤਾ ਇੰਨੀ ਗਿਰੀ ਹੋਈ ਹੈ, ਸਾਨੂੰ ਇਹ ਨਹੀਂ ਪਤਾ ਵੀ ਅਸੀਂ ਗੱਲ ਕੀ ਕਰ ਰਹੇ ਹਾਂ ਤੇ ਉਹਨੂੰ ਨਾਲ ਦੀ ਨਾਲ ਹੀ ਉਸ ਗੱਲ ਨੂੰ ਕੰਡੈਮ ਕਰਕੇ ਅਸੀਂ ਕੀ ਕਹਿ ਰਹੇ ਹਾਂ। ਇੱਕ ਪਾਸੇ ਉਹ ਕਹਿ ਰਹੇ ਮੇਥੋਂ ਕਦੇ ਪੈਸੇ ਨਹੀਂ ਲਏ ਜੀ, ਮੇਰਾ ਦਫ਼ਤਰ ਗਏ ਦਾ ਮਾਨ ਸਤਿਕਾਰ ਵੀ ਕਰਦੇ ਸੀ, ਤੇ ਉਹ ਪਟਵਾਰੀ ਰਿਸ਼ਵਤਖੋਰ ਹੈ। ਤੁਸੀਂ ਹੁਣ ਅੰਦਾਜ਼ਾ ਆਪ ਲਾ ਲਓ ਜੀ, ਸਿਆਣੇ ਬੰਦੇ ਪਾਠਕ ਵੀ ਲਾ ਲੈਣਗੇ। ਬਿਲਕੁਲ ਪਟਵਾਰੀ ਸਾਹਿਬ, ਇੱਕ ਨਾ ਸਭ ਤੋਂ ਵੱਡੀ ਗੱਲ ਜਿਵੇਂ ਹੁਣ ਤੁਸੀਂ ਕਰਪਸ਼ਨ ਦੀ ਕੀਤੀ ਹੈ, ਹੁਣ ਕਰਪਸ਼ਨ ਦੀ ਗੱਲ ਕਰਾਂ ਤਾਂ ਅਕਸਰ ਨਾ ਪਿੰਡਾਂ ਦੇ ਵਿੱਚ ਇੱਕ ਚੀਜ਼ ਪ੍ਰਚਲਿਤ ਹੈ, ਕਹਿੰਦੇ ਵੀ ਪਟਵਾਰੀ ਸਾਹਿਬ ਕੋਲ ਜਾਵਾਂਗੇ 4 ਰੁਪਏ ਦੇਵਾਂਗੇ ਕੰਮ ਕਰਾ ਲਾਂਗੇ। ਮਤਲਬ ਇਹ 4 ਰੁਪਈਆਂ ਵਾਲਾ ਮਤਲਬ ਕੀ ਹੈ? ਤੁਹਾਨੂੰ ਮੈਂ ਦੱਸਦਾ ਨਾ ਜੀ। ਪਹਿਲੀ ਗੱਲ ਤਾਂ ਇਹ ਦੱਸਦਾ ਵੀ ਕਿਸੇ ਵੀ ਮਹਿਕਮੇ ਦੇ ਵਿੱਚ ਨਾ ਤਾਂ ਲੋਕ ਸਾਰੇ ਚੰਗੇ ਆ ਤੇ ਨਾ ਸਾਰੇ ਮਾੜੇ ਆ। ਠੀਕ ਹੈ, ਅੱਜ ਦਾ ਜਿਹੜਾ ਜ਼ਮਾਨਾ ਹੈ ਇਹ ਗੱਲ ਨੂੰ ਮੈਂ ਸਵੀਕਾਰ ਕਰਦਾ ਵੀ ਮਾੜੇ ਬੰਦਿਆਂ ਦੀ ਤਾਦਾਦ ਹੈ ਜਿਹੜੀ ਉਹ ਵੱਧ ਹੈ। ਜਿਹੜਾ 2 ਪੈਸਿਆਂ ਵਾਲਾ ਹੈ ਉਹ ਤਾਂ 2 ਪੈਸਿਆਂ ਬਿਨਾਂ ਵੈਸੇ ਨਹੀਂ ਕੰਮ ਆਉਣਾ, ਉਹਦੀ ਸਰਕਾਰੀ ਫੀਸ ਹੈ। ਜੇ ਤੁਸੀਂ ਉਹਦੀ ਸਰਕਾਰੀ ਫੀਸ ਜੇਬ 'ਚ ਲੈ ਕੇ ਜਾਓਗੇ ਤਾਂ ਹੀ ਤੁਹਾਡਾ ਕੰਮ ਹੋਊਗਾ ਨਾ। ਤੇ ਹੁਣ ਉਹ ਬੈਠਾ ਕੋਈ ਆਪਦੀ ਸੈਲਰੀ 'ਚੋਂ ਤੁਹਾਡੀ ਤਾਂ ਸਰਕਾਰੀ ਫੀਸ ਤੇ ਨਹੀਂ ਨਾ ਜੇਬ 'ਚ ਪਾਉਣ ਲੱਗਿਆ। ਇਸ ਕਰਕੇ 2 ਪੈਸਿਆਂ ਦੀ ਗੱਲ ਜੁੜ ਗਈ। ਹੁਣ ਜੇ ਤੁਸੀਂ ਜਮਾਂਬੰਦੀ ਦੀ 10 ਕਿੱਲਿਆਂ ਦੀ ਗਰਦੌਰੀ ਲੈਣੀ ਹੈ, ਤੁਹਾਡੇ ਮਤਲਬ 10 ਕਿੱਲੇ ਮੈਨੂੰ ਲੱਗਦਾ 5-4 ਵਰਕਿਆਂ ਤੇ ਮਤਲਬ ਆ ਜਾਣਗੇ, ਕਿਉਂਕਿ ਕਿੱਲਿਆਂ ਨੇ ਅਸਤੀਬਾਜ਼ ਚੱਲਣਾ ਹੁੰਦਾ। ਮਤਲਬ ਇੱਕ ਦੇ ਥੱਲੇ 5 ਕਿੱਲੇ 10 ਕਿੱਲੇ ਨੇ ਆਉਣਾ, 10 ਦੇ ਥੱਲੇ 11 ਨੇ ਆਉਣਾ, ਮਰਬੇਬਾਜ਼ੀ ਚੱਲਦੀ ਹੈ ਨਾ।
ਜੇ ਹੁਣ ਇੱਕ ਦੇ ਥੱਲੇ 10 ਆ 10 ਤਾਂ ਇੱਕ ਵਰਕੇ ਤੇ ਹੈ ਨਹੀਂ, 10ਵਾਂ ਅੱਡ ਤੇ ਜਾ ਵੜਿਆ ਤੇ ਉਹਦੀ 10 ਵਰਕੇ ਬਣ ਗਏ, 200 ਰੁਪਿਆ ਬਣ ਗਿਆ। ਉਹ 200 ਰੁਪਿਆ ਤਾਂ ਤੁਸੀਂ ਸਰਕਾਰੀ ਫੀਸ ਭਰੋਗੇ ਹੀ ਨਾ, ਬਿਲਕੁਲ ਉਹੀ ਪੈਸੇ ਦੇ ਕੇ ਵਾਲੀ ਗੱਲ ਬਣ ਜਾਂਦੀ ਹੈ ਵੀ ਜੇਬ ਝਾੜ ਕੇ ਆਉਣੀ ਪੈਣੀ ਹੈ। ਜੇਬ ਝਾੜ ਕੇ ਹਾਂ, ਜਾਂ ਸਰਕਾਰ ਮਾਫ ਕਰ ਦੇ ਫੀਸ ਤੇ ਜਬ ਮੁੱਕ ਜੇ ਫਿਰ ਕੋਈ ਲੈਂਦਾ ਹੈ ਤੇ ਫਿਰ ਆਪ ਲੋਕ ਪੁੱਛ ਲੈਣ ਵੀ ਭਾਈ ਇਹਦੀ ਤਾਂ ਕੋਈ ਫੀਸ ਹੀ ਹੈ ਨਹੀਂ, ਜੇ ਕਾਪਿੰਗ ਫੀਸ ਤਾਂ ਹਰ ਗੱਲ ਦੀ ਹੈ ਨਾ ਜੀ। ਬਿਲਕੁਲ। ਪਟਵਾਰੀ ਸਾਹਿਬ ਇੱਕ ਨਾ ਹੁਣ ਸਰਕਾਰ ਨਾਲ ਆਪਾਂ ਦੇਖਿਆ ਵੀ ਲਗਾਤਾਰ ਰੇੜਕਾ ਜਿਹਾ ਬਣਿਆ ਰਹਿੰਦਾ। ਪਟਵਾਰੀ ਇਹ ਨਾਲੇ ਰੈਵਨਿਊ ਡਿਪਾਰਟਮੈਂਟ ਜਿਨ੍ਹਾਂ ਨੇ ਕਮਾ ਕੇ ਦੇਣਾ, ਕਹਿੰਦੇ ਸਰਕਾਰ ਦੇ ਕਮਾਊ ਪੁੱਤ ਕਹਿ ਸਕਦੇ ਆ ਤਾਂ, ਤੇ ਫਿਰ ਵੀ ਸਰਕਾਰ ਨਾਲ ਇਹ ਰੇੜਕਾ ਕਿਉਂ ਬਣਿਆ ਰਹਿੰਦਾ ਹਮੇਸ਼ਾ? ਇਹ ਚੀਜ਼ ਕਿਉਂ ਸਾਹਮਣੇ ਆਉਂਦੀ ਰਹਿੰਦੀ ਹੈ? ਦੇਖੋ ਜੀ, ਗੱਲਾਂ ਇਹਦੇ ਵਿੱਚ ਨਾ ਬੜੀ ਗਹਿਰੀ ਗੱਲ ਹੈ ਇਹ। ਇੱਕ ਤਾਂ ਜਿਹੜਾ ਵੋਟ ਰਾਜ ਹੈ, ਜਿੰਨਾ ਚਿਰ ਵੋਟ ਰਾਜ ਦੀ ਬੰਦੇ ਦੀ ਵੋਟ ਨਾ ਕੀਮਤ ਗਿਣੀ ਜਾਊਗੀ, ਉਹਨਾਂ ਚਿਰ ਕਿਸੇ ਨੂੰ ਬਦਨਾਮ ਕਰਕੇ ਜੇ ਵੋਟ ਮਿਲਦੀ ਹੈ ਤਾਂ ਉਹ ਲਈ ਜਾਊਗੀ। ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਵੀ ਐਸ ਇੱਕ ਬੰਦੇ ਨੂੰ ਬਦਨਾਮ ਕਰਕੇ ਸਾਰੇ ਪਿੰਡ ਨੂੰ ਤੁਸੀਂ ਮਗਰ ਲਾਓ। ਠੀਕ ਹੈ ਜੀ, ਇਹ ਰੇੜਕਾ ਹੈ। ਕੁਛ ਮੁਸ਼ਕਲਾਤਾਂ ਵੀ ਹੈ। ਮੁਸ਼ਕਲਾਤਾਂ ਇਹ ਹੈ ਵੀ ਕੁਛ ਉਹਨਾਂ ਦੀਆਂ ਡਿਮਾਂਡਸ ਹੈ। ਉਹ ਡਿਮਾਂਡਸ ਆ ਜਿਵੇਂ ਦਫ਼ਤਰਾਂ ਦੇ ਵਿੱਚ ਸਾਡੇ ਵੇਲੇ ਤਾਂ ਇਹ ਹੁੰਦੀ ਸੀ ਵੀ ਭਾਈ ਸਾਨੂੰ ਦਫ਼ਤਰ ਹੀ ਬਣਾ ਕੇ ਦੇ ਦਿਓ, ਅਸੀਂ ਪਿੰਡਾਂ ਦੇ ਲੋਕਾਂ ਦੇ ਘਰਾਂ 'ਚ ਬੈਠੇ ਆਂ, 2 ਕੁਰਸੀਆਂ ਹੋਣ ਆ ਕੇ ਬੰਦਾ ਬੈਠ ਜੇ, ਕੋਈ ਕੁਰਸੀ ਨਹੀਂ ਹੁੰਦੀ ਸੀ। ਹੁਣ ਡਿਮਾਂਡ ਆ ਜਿਹੜੀ, ਤੇ ਹੁਣ ਉਹ ਡਿਮਾਂਡ ਆ ਜਿਹੜੀ ਉਹ ਬਦਲ ਗਈਆਂ ਹੈ ਜੀ। ਹੁਣ ਵੇਖੋ ਤੁਸੀਂ ਆ ਸਟ੍ਰਾਈਕ 'ਚੋਂ ਮੈਂ ਸੁਣ ਰਿਹਾ ਸੀ, ਪੱਕਾ ਤਾਂ ਨਹੀਂ ਮੈਨੂੰ ਪਤਾ ਜੀ, ਵੇਖੋ ਮੈਂ ਮੋਹਰ ਲਾਵਾਂ, ਕਹਿੰਦੇ 3100 ਸਰਕਲ ਹੈ ਜਿਹੜੇ ਉਹ ਖਾਲੀ ਪਏ ਹੈ, ਤੇ ਜੋ ਉਹਨੂੰ 3100 ਸਰਕਲ ਖਾਲੀ ਪਏ ਹੈ ਤੇ ਫਿਰ ਉਹਨਾਂ ਨੂੰ ਚਲਾਊ ਇੱਕ ਬੰਦੇ ਦੇ ਉੱਤੇ ਤੁਸੀਂ ਕਿੰਨਾ ਕੁ ਬਹੁਤ ਸਿੱਟੀ ਜਾਓਗੇ। ਇਹ ਪਿਛਲੇ ਦਿਨ ਇਹ ਗੱਲ ਆਈ ਵੀ ਹੈ, ਕਹਿੰਦੇ ਨਹੀਂ ਉਹ ਸਟ੍ਰਾਈਕ ਹੀ ਇਸ ਵਾਸਤੇ ਹੋ ਰਹੀ ਹੈ। ਅੱਜ ਆਇਆ ਵੀ ਉਹਨਾਂ ਦਾ 3100 ਸੀ ਜਿਹੜਾ ਸਰਕਲ ਆ ਉਹ ਛੱਡਤਾ ਵੀ ਤੁਸੀਂ ਭਾਰ ਤਾਂ ਫਿਰ ਉਹਨਾਂ ਕੀ ਚੱਕੂਗਾ ਨਾ ਜਿੰਨੀ ਕੁ ਉਹਦੀ ਕਪੈਸਿਟੀ ਹੈ। ਫਿਰ ਉਹਨਾਂ ਦੀਆਂ ਸੈਲਰੀਆਂ ਦੀ ਹੈ। ਹੁਣ ਸੈਲਰੀਆਂ ਦਾ ਆ ਰਿਹਾ ਵੀ ਮੈਨੂੰ ਨਹੀਂ ਲੱਗਦਾ ਕਿਸੇ ਪਟਵਾਰੀ ਕਿਸੇ ਕਾਨੂੰਗੋ ਦੀ ਤਨਖਾਹ 1.5 ਲੱਖ ਹੋਵੇ। ਤੇ ਹੁਣ ਜੇ ਸੀਐਮ ਸਾਹਿਬ ਇਹ ਕਹੀ ਜਾਂਦੇ ਆ ਵੀ ਲੱਖ ਰੁਪਈਆ ਤੇ 1.5 ਲੱਖ ਰੁਪਈਆ ਤਨਖਾਹ ਹੈ, ਤੇ ਫਿਰ ਇਹ ਗਮਰਾਹ ਕੁੰਨੀ ਹੈ ਨਾ ਜੀ। ਇਹ ਜੇ ਨਹੀਂ ਹੋਣਾ ਚਾਹੀਦਾ। ਰਾਜਨੀਤਿਕ ਤੌਰ ਤੇ ਵੇਖੋ ਪਟਵਾਰੀ ਸਰਕਾਰ ਦਾ ਇੱਕ ਅੰਗ ਹੈ, ਬਿਊਰੋਕ੍ਰੇਸ਼ਨ ਦਾ ਮਤਲਬ ਉਹ ਇੱਕ ਅੰਗ ਹੈ, ਤੇ ਪਟਵਾਰੀਆਂ ਨੂੰ ਵੀ ਇਹ ਚਾਹੀਦਾ ਵੀ ਉਹ ਲੋਕਾਂ ਦੇ ਵੱਧ ਤੋਂ ਵੱਧ ਕੰਮ ਧੰਦੇ ਕਰਨ। ਵਾਲੀਆਂ ਸਟ੍ਰਾਈਕਾਂ 'ਚ ਜੇ ਕੋਈ ਹੱਕ ਹੈ ਤੇ ਉਹਨਾਂ ਦਾ, ਚਲੋ ਦੂਸਰਾ ਇਹ ਵੀ ਹੈ ਸੰਵਿਧਾਨ ਦੇ ਮੁਤਾਬਕ ਜਿਹੜਾ ਤੁਹਾਨੂੰ ਹੱਕ ਮਿਲਿਆ ਵਾ ਉਹਦੀ ਖਾਤਰ ਤੁਹਾਨੂੰ ਤੁਹਾਡੇ ਫੰਡਾਮੈਂਟਲਸ ਰਾਈਟਸ ਨੂੰ ਤਾਂ ਨਹੀਂ ਨਾ ਕੁਛ ਲਿਆ ਜਾ ਸਕਦਾ, ਉਹ ਤਾਂ ਕਹਿਣ ਦਾ ਅਧਿਕਾਰ ਹੈਗਾ ਹੀ ਹਰ ਕੋਲੇ। ਨਹੀਂ ਇਹ ਹੋਇਆ ਵੀ ਹੈ, ਕਹਿੰਦੇ ਵੀ ਤੁਹਾਡੇ ਵੇਲੇ ਹੁੰਦਾ ਸੀ ਵੀ ਜਿਹੜੇ ਜਿਵੇਂ ਤੁਹਾਨੂੰ ਵਾਧੂ ਚਾਰਜ ਦੇ ਦਿੱਤੇ ਜਾਂਦੇ ਹੋਰ ਜਗ੍ਹਾਵਾਂ ਦੇ ਜਾਂ ਹੋਰ, ਇਹ ਸੀਗਾ ਪਹਿਲਾਂ? ਨਹੀਂ, ਸਾਡੇ ਵੇਲੇ ਸਰਕਲ ਹੀ ਨਹੀਂ ਖਾਲੀ ਹੁੰਦਾ ਸੀ ਜੀ, ਉਹਦੀ ਭਰਤੀ ਹੋ ਜਾਂਦੀ। ਵੇਖੋ ਸਾਡੇ ਵੇਲੇ ਕੋਈ ਸਰਕਲ ਖਾਲੀ ਨਹੀਂ ਹੁੰਦਾ ਸੀ। ਜੇ ਕੋਈ ਖਾਲੀ ਰਹਿ ਗਿਆ 5-10 ਦਿਨ, ਮੰਨ ਲਓ ਕੋਈ ਬੰਦਾ ਛੁੱਟੀ ਚਲਾ ਗਿਆ, ਉਹਦੇ 5-4 ਦਿਨਾਂ ਵਾਸਤੇ ਸਰਕਲ ਦਾ ਐਡੀਸ਼ਨਲ ਚਾਰਜ ਦੇਤਾ ਤੇ ਉਹਨੂੰ 5-4 ਦਿਨ ਚਲਾਉਣਾ ਤਾਂ ਕੋਈ ਔਖਾ ਨਹੀਂ ਨਾ ਹੁੰਦਾ ਸੀ। ਸਰਕਲ ਹੀ ਨਹੀਂ ਖਾਲੀ ਹੁੰਦਾ ਸੀ ਜੀ। ਤੇ ਪਰ ਹੁਣ ਦੀ ਗੱਲ ਕਰੀਏ, ਹੁਣ ਨਾਲ ਦੀ ਨਾਲ ਭਰਤੀ ਹੁੰਦੀ ਸੀ। ਹੁਣ ਤਾਂ ਜੀ 3100 ਦੱਸੀ ਜਾਂਦੇ ਆ। ਵੇਖੋ ਮੈਨੂੰ ਪਤਾ ਨਹੀਂ ਇਸ ਗੱਲ ਦਾ, ਮੈਂ ਦੁਬਾਰੇ ਇਹ ਗੱਲ ਇਸ ਕਰਕੇ ਰਿਪੀਟ ਕਰ ਰਿਹਾ, ਜਦੋਂ ਆਪਾਂ ਟੀਵੀ ਚੈਨਲ ਤੇ ਬੋਲਦੇ ਹੋਗੇ ਨਾ, ਪੁਖਤਾ ਗੱਲ ਕਰਨੀ ਚਾਹੀਦੀ ਹੈ। ਮੈਨੂੰ ਇਸ ਗੱਲ ਦਾ ਪੁਖਤਾ ਨਹੀਂ ਪਤਾ ਕਿੰਨੇ ਖਾਲੀ ਹੈ, ਪਰ ਹੈ ਬਹੁਤ ਖਾਲੀ। ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹੈ ਬਹੁਤ ਖਾਲੀ। ਐਡੀਸ਼ਨਲ ਚਾਰਜ ਤੁਰੇ ਫਿਰਦੇ ਆ, ਰਿਟਾਇਰਡ ਪਟਵਾਰੀ ਰੱਖੇ ਹੋਏ ਆ 35-35 ਹਜ਼ਾਰ ਰੁਪਏ ਤੇ ਉਹ 35,000 ਰੁਪਏ ਤੇ ਤਾਂ ਤੁਸੀਂ ਨਵੀਂ ਭਰਤੀ ਕਰ ਲਓ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇ। ਇੱਕ ਪਟਵਾਰੀ ਕਰ ਸਕਦਾ 2-3 ਐਡੀਸ਼ਨਲ ਚਾਰਜ ਇਕੱਠੇ ਚਲਾ ਸਕਦਾ? ਨਹੀਂ, ਚਲਾਉਣਾ ਮੁਸ਼ਕਲ ਤਾਂ ਬਹੁਤ ਹੈ ਜੀ, ਇਸੇ ਕਰਕੇ ਗਾਂ ਉਹਨਾਂ ਨੇ ਮੁੰਡੇ ਰੱਖੇ ਹੋਏ ਆ ਨਾ, ਕਿਵੇਂ ਚਲਾਊਗਾ 5-7 ਜੇ ਉਹ ਇੱਕ ਸਰਕਲ ਦੇ ਚਲਾਉਣ ਦੇ ਸਮਰੱਥ ਨਹੀਂ। ਅੱਜ ਤੋਂ ਵੇਖੋ 50 ਸਾਲ ਪਹਿਲਾਂ ਜਾਂ ਤੁਸੀਂ 20 ਸਾਲ ਪਹਿਲਾਂ ਲੋਕਾਂ ਦੇ ਕੰਮ ਕਿੰਨੇ ਸੀ ਤੇ ਹੁਣ ਕਿੰਨੇ ਆ। ਅੱਗੇ ਤਾਂ ਕੋਈ ਪਟਵਾਰਖਾਨੇ ਜਾਂਦਾ ਸੀ ਤੇ ਹੁਣ ਤਾਂ ਹਰੇਕ ਦੇ ਕੰਮ ਨੇ, ਕੰਮ ਵੀ ਵੱਧ ਗਏ, ਸਰਕਲ ਵੀ ਉਨੇ ਆ, ਤੇ ਉਹਦੇ 'ਚ ਫਿਰ ਕੰਮ ਚਲਾਉਣਾ ਤਾਂ ਔਖਾ ਹੀ ਹੈ ਨਾ ਜੀ। ਇੱਕ ਬੰਦੇ ਤੇ ਕਿੰਨਾ ਕੁ ਬੋਝ ਪਾਉਂਗੇ। ਇੱਕ ਗੱਲ ਜਿਵੇਂ ਹੁਣ ਤੁਸੀਂ ਮੁੰਡੇ ਰੱਖੇ ਵਾਲੀ ਗੱਲ ਕਹੀ ਹੈ, ਇਹ ਵੀ ਨਾ ਇੱਕ ਸਵਾਲ ਬਹੁਤ ਬਣਦਾ। ਕਹਿੰਦੇ ਪਟਵਾਰੀ ਸਾਹਿਬ ਆਪ ਤਾਂ ਪਟਵਾਰਖਾਨੇ ਆਉਂਦੇ ਨਹੀਂ, ਪਰ ਉਹਨਾਂ ਦੇ ਉੱਥੇ ਜਿਹੜੇ ਪ੍ਰਾਈਵੇਟ ਮੁੰਡੇ ਰੱਖੇ ਆ ਉਹ ਹੀ ਕੰਮ ਕਰਦੇ ਆ, ਉਹਨਾਂ ਤੋਂ ਹੀ ਕੰਮ ਹੁੰਦੇ ਆ। ਨਹੀਂ, ਇਹ ਸਾਰਾ ਪੱਤਰਕਾਰਾਂ ਦਾ ਤੁਹਾਡੇ ਦਾ ਬਣਾਇਆ ਹੋਇਆ ਜੀ, ਵੀ ਰੱਖੇ ਹੋਏ ਆ। ਹੁਣ ਕੰਮ ਨੂੰ ਤਾਂ ਕਿਵੇਂ ਨਾ ਕਿਵੇਂ ਚਲਾਉਣਾ ਹੀ ਆ ਨਾ। ਇੱਕ ਬੰਦਾ ਕਿੱਥੇ ਕਿੱਥੇ ਘੁੰਮੂਗਾ, ਇੱਕ ਬੰਦੇ ਕੋਲੇ 5-7 ਸਰਕਲ ਹੈ, ਉਹਨੂੰ ਕਿਵੇਂ ਡੀਲ ਕਰੂਗਾ? ਫਿਰ ਉਹਨੇ ਤਹਿਸੀਲ ਵੀ ਜਾਣਾ, ਉਹਨੇ ਜ਼ਮੀਨਾਂ ਵੀ ਮਿਲਣੀਆਂ, ਫਿਰ ਉਹਨਾਂ ਨੇ ਅਫਸਰਾਂ ਨਾਲ ਮੀਟਿੰਗਾਂ ਵੀ ਹੋਣੀਆਂ, ਹੈਂ ਜੀ। ਤੇ ਉਹ ਜੇ ਉਹਨੇ ਲੋਕਾਂ ਦੀ ਸਹੂਲਤ ਵਾਸਤੇ ਰੱਖ ਲਏ ਤੇ ਲੋਕਾਂ ਨੂੰ ਉਹਦੇ 'ਚ ਕੀ ਹੈ, ਲੋਕਾਂ ਵਾਸਤੇ ਸਾਰੇ ਹੀ ਪ੍ਰਾਈਵੇਟ ਹੁੰਦੇ ਨੇ। ਇਹ ਤਾਂ ਸਮਝਣ ਦੀ ਗੱਲ ਹੈ। ਵੇਖੋ ਦੇਸ਼ ਦਾ ਨਾਗਰਿਕ ਨਾ ਕੋਈ ਪ੍ਰਾਈਵੇਟ ਹੈ, ਉਹ ਦੇਸ਼ ਦਾ ਨਾਗਰਿਕ ਹੈ, ਉਹ ਦੇਸ਼ ਪ੍ਰਤੀ ਵਫਾਦਾਰ ਹੁੰਦਾ। ਠੀਕ ਹੈ ਕਿ ਨਹੀਂ? ਹੁਣ ਇਹ ਤਾਂ ਐਵੇਂ ਪੱਤਰਕਾਰ ਹੈ ਵਿਚਾਰਿਆਂ ਦਾ, ਉਹਨਾਂ ਦਾ ਪੱਤਰਕਾਰਾਂ ਦਾ ਕੰਮ ਨਹੀਂ ਚੱਲਦਾ, ਉਹ ਜਾ ਕੇ ਕੈਮਰਾ ਲਾ ਕੇ ਬਹਿ ਜਾਂਦੇ, ਤੂੰ ਪ੍ਰਾਈਵੇਟ ਰੱਖਿਆ ਹੁਣ, ਤੇ ਪ੍ਰਾਈਵੇਟ ਰੱਖਿਆ ਕੰਮ ਤਾਂ ਲੋਕਾਂ ਦਾ ਹੀ ਕਰਕੇ ਦਿੰਦੇ ਆ ਨਾ।
ਠੀਕ ਹੈ ਨਾ ਜੀ। ਤੇ ਇਹ ਸਾਡੇ ਵੇਲੇ ਤਾਂ ਇਹ ਹੁੰਦਾ ਹੀ ਨਹੀਂ ਸੀ, ਨਾ ਕੋਈ ਕੰਮ ਦਾ ਜ਼ਿਆਦਾ ਬੋਝ ਸੀ। ਜੇ ਬੋਝ ਸੀ ਤਾਂ ਇੱਕ ਦੂਜੇ ਪਟਵਾਰੀ ਨੂੰ ਅਸੀਂ ਲਾ ਲੈਂਦੇ ਨਾਲ ਜਮ੍ਹਾਂਬੰਦੀ ਲਿਖਣ ਵੇਲੇ, ਭਾਈ ਤੁਸੀਂ ਆ ਜਾਓ 5-7 ਪਟਵਾਰੀ ਬੈਠ ਕੇ। ਉਦੋਂ ਵੀ 5-5 7-7 ਪਟਵਾਰੀ ਬੈਠ ਕੇ ਇੱਕ ਸਰਕਲ ਦਾ ਕੰਮ ਚਲਾਉਂਦੇ ਸੀ। ਉਦੋਂ ਸੌਖਾ ਕੰਮ ਨਹੀਂ ਸੀ। ਉਦੋਂ ਵੀ 5-5 7-7 ਕਾਨੂੰਗੋ ਦੀ ਰਾਨੀ ਦੇ ਵਿੱਚ ਸਾਰੀ ਕਾਨੂੰਗੋ ਬੈਠੇ ਇੱਕ ਚਲਾਈ ਜਾਂਦੀ। ਜਿਸ ਕੰਮ ਨੂੰ ਉਦੋਂ ਵੀ 10 ਬੰਦੇ ਚਲਾਉਂਦੇ ਸੀ, ਉਦੋਂ ਭਾਈਵਾਲੀ ਸੀ, ਇਕੱਠੇ ਹੋ ਕੇ ਚਲਾ ਲੈਂਦੇ ਸੀ। ਹੁਣ ਜੇ ਉਹਨਾਂ ਨੇ ਗਾਂ ਬੰਦੇ ਰੱਖ ਲਏ ਪ੍ਰਾਈਵੇਟ, ਲੋਕਾਂ ਨੂੰ ਤਾਂ ਲੋਕਾਂ ਦਾ ਕੰਮ ਹੋਣਾ ਚਾਹੀਦਾ। ਜੇ ਤਾਂ ਨਹੀਂ ਕੰਮ ਹੁੰਦਾ ਫਿਰ ਵੀ ਰੌਲਾ, ਜੇ ਕੰਮ ਹੁੰਦਾ ਫਿਰ ਵੀ ਰੌਲਾ। ਹੁਣ ਫਿਰ ਇਹ ਜਾਊ ਕਿੱਧਰ ਜੀ? ਫਿਰ ਪ੍ਰਾਈਵੇਟ ਬੰਦਿਆਂ ਨਾਲ ਆ ਜਾਂਦਾ। ਤੁਹਾਡੇ ਵੇਲੇ ਹੁੰਦੀਆਂ ਸੀ ਸਟ੍ਰਾਈਕਾਂ? ਸਟ੍ਰਾਈਕਾਂ ਬਹੁਤ ਹੋਈਆਂ ਜੀ। ਸਟ੍ਰਾਈਕਾਂ ਤਾਂ 1958 'ਚ ਪਹਿਲੀ ਸਟ੍ਰਾਈਕ ਹੋ ਗਈ ਪ੍ਰਤਾਪ ਸਿੰਘ ਕੈਰੋਂ ਵੇਲੇ। ਉਹ ਕਹਿੰਦੇ ਉਦੋਂ ਨਹੀਂ ਵੇਖੋ, ਉਹ ਵੀ ਬੜਾ ਝੂਠ ਫੈਲਾਇਆ ਗਿਆ। ਇੱਕ ਝੂਠ ਨੂੰ ਬਾਰ-ਬਾਰ ਰਿਪੀਟ ਕਰੀ ਜਾਓ। ਤੇ ਉਹ ਉਸ ਵੇਲੇ ਵੀ ਜਿਹੜਾ ਲੋਕ ਕਹਿ ਰਹੇ ਨਾ ਵੀ ਐਂ ਹੋਇਆ, ਠੀਕ ਹੈ। ਜਿਵੇਂ ਹੁਣ ਐਸਮਾ ਹੋਣ ਲੱਗ ਗਿਆ, ਉਦੋਂ ਪਟਵਾਰੀਆਂ ਨੂੰ ਜੇਲ੍ਹਾਂ 'ਚ ਜਾਣਾ ਪਿਆ। ਕੁਛ ਕੁ ਪਟਵਾਰੀਆਂ ਨੂੰ ਇੱਕ ਵਾਰੀ ਮਤਲਬ ਨੌਕਰੀ ਤੋਂ ਮਤਲਬ ਵੀ ਕੀਤਾ ਗਿਆ। ਕੁਛ ਪਟਵਾਰੀ ਤਾਂ ਉਦੋਂ ਅਣਖ ਵਾਲੇ ਸੀਗੇ ਲੋਕ, ਉਦੋਂ ਤਾਂ ਇਹ ਸੀਗਾ ਉੱਤਮ ਖੇਤੀ ਵਾਲੀ ਕੀ ਸੀ, ਉਹਨਾਂ ਨੇ ਜੁਆਇਨ ਨਹੀਂ ਕਰਿਆ। ਪਰ ਉਹਦਾ ਸੱਚ ਇਹ ਹੈ, ਉਦੋਂ ਵੀ ਪ੍ਰਤਾਪ ਸਿੰਘ ਕੈਰੋਂ ਨੇ ਜਨਤਕ ਤੌਰ ਤੇ ਮਾਫੀ ਮੰਗੀ ਸੀ ਔਰ ਕਿਹਾ ਸੀ ਜੀ ਮੈਂ ਗੁੰਮਰਾਹ ਹੋ ਗਿਆ, ਮੈਨੂੰ ਪਤਾ ਨਹੀਂ ਸੀ। ਅੱਛਾ, ਬਿਲਕੁਲ ਅਸਲ ਸੱਚ ਇਹ ਹੈ। ਤੇ ਰੋਜ਼ ਜਦੋਂ ਹਰੇਕ ਬੰਦੇ ਤੋਂ ਇਹ ਗੱਲ ਸੁਣੀ ਜਾਣੀ ਵੀ ਪ੍ਰਤਾਪ ਸਿੰਘ ਕੈਰੋਂ ਵਾਲੀ ਹੋਊ, ਪ੍ਰਤਾਪ ਸਿੰਘ ਕੈਰੋਂ ਵਾਲੀ ਹੋਊ, ਜੋ ਜਦੋਂ ਸੁਣੀ ਜਾਂਦਾ। ਹੁਣ ਆਉਣ ਵਾਲੀ ਜਿਹੜੇ ਉਦੋਂ ਜੰਮੇ 58 ਤੋਂ ਬਾਅਦ ਹੈ, ਮੈਂ ਹੁਣ 58 ਤੋਂ ਬਾਅਦ ਜੰਮਿਆ, ਤੇ ਜੇ ਮੈਂ ਤਾਂ ਉਹ ਇਤਿਹਾਸ ਪੜ੍ਹ ਲਿਆ। ਮੈਂ ਉਹ ਉਦੋਂ ਦੇ ਮੈਗਜ਼ੀਨ ਉਹ ਸਾਰੇ ਮੈਨੂੰ ਤਾਂ ਪਤਾ ਹੈ। ਹੁਣ ਲੋਕ ਤਾਂ ਸੁਣੀ ਸੁਣਾਈ ਗੱਲ ਕਰਨੀ ਹੁੰਦੀ ਹੈ ਨਾ ਜੀ, ਉਹ ਸੁਣੀ ਸੁਣਾਈ ਗੱਲ ਹੀ ਕਰ ਰਹੇ ਆ ਐਕਚੁਅਲੀ। ਠੀਕ ਹੈ ਨਾ? ਤੇ ਲੱਗਦਾ ਨਹੀਂ ਵੀ ਜਦੋਂ ਸਟ੍ਰਾਈਕਾਂ ਹੁੰਦੀਆਂ ਲੋਕਾਂ ਨੂੰ ਵੱਡੀਆਂ ਦਿੱਕਤਾਂ ਆਉਂਦੀਆਂ ਜੀ? ਆਉਂਦੀਆਂ ਬਿਲਕੁਲ ਆਉਂਦੀਆਂ। ਲੋਕਾਂ ਨੂੰ ਮੁਸ਼ਕਲਾਂ ਆਉਂਦੀਆਂ, ਪਰ ਲੋਕਾਂ ਦੀ ਮੁਸ਼ਕਲਾਂ ਦੇ ਨਾਲ ਸੰਵਿਧਾਨ ਨੇ ਉਹਨਾਂ ਦੇ ਵੀ ਮੁੱਢਲੇ ਅਧਿਕਾਰ ਹੈ ਨਾ। ਜਿਹੜਾ ਸਟ੍ਰਾਈਕ ਕਰ ਰਿਹਾ ਹੈ, ਸਟ੍ਰਾਈਕਾਂ ਇਕੱਲੀ ਪੋਲੀਟੀਕਲ ਬੰਦਿਆਂ ਵਾਸਤੇ ਤਾਂ ਨਹੀਂ ਲਿਖੀਆਂ, ਧਰਨੇ ਮੁਜ਼ਾਹਰੇ ਕਰਨੇ। ਠੀਕ ਹੈ ਕਿ ਨਹੀਂ? ਸਟ੍ਰਾਈਕ ਕਰਨੀ ਤਾਂ ਤੁਹਾਨੂੰ ਸੰਵਿਧਾਨ ਨੇ, ਤੁਹਾਡੀ ਕਨਸਟੀਟਿਊਸ਼ਨ ਨੇ ਤੁਹਾਨੂੰ ਅਧਿਕਾਰ ਦਿੱਤਾ ਹੈ। ਜਿਹੜਾ ਸੰਵਿਧਾਨ ਬਣਿਆ, ਜੇ ਤਾਂ ਉਹ ਸੰਵਿਧਾਨ ਤੋਂ ਬਾਹਰ ਜਾ ਕੇ ਕੋਈ ਬੰਦਾ ਸਟ੍ਰਾਈਕ ਕਰਦਾ ਫਿਰ ਤਾਂ ਜੀ ਆਤਮ ਮਾਰਾ। ਜੇ ਉਹ ਸੰਵਿਧਾਨ ਦੇ ਦਾਇਰੇ ਦੇ ਵਿੱਚ ਗੱਲ ਕਰਦਾ ਤੇ ਫਿਰ ਤਾਂ ਸਟ੍ਰਾਈਕ ਨੂੰ ਕੁਚਲਣ ਵਾਲਾ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਨਾ ਜੀ। ਇੱਕ ਹੁਣ ਐਸਮਾ ਲੱਗਿਆ, ਇਹਨੂੰ ਕਿਵੇਂ ਦੇਖਦੇ ਹੋ? ਨਹੀਂ, ਐਸਮਾ ਜੀ ਇੱਕ ਮਤਲਬ ਜਿਹਾ ਉਹ ਹੁੰਦਾ ਜਿਹੜਾ ਐਮਰਜੈਂਸੀ ਕਲੌਜ਼ ਤੇ ਜਾ ਕੇ ਲੱਗਦਾ ਹੁੰਦਾ, ਜਦੋਂ ਕੋਈ ਹਾਲਾਤ ਆ ਜਿਹੜੇ ਉਹ ਐਮਰਜੈਂਸੀ ਵਾਲੇ ਹੋਣ। ਤੇ ਜਿਵੇਂ ਉਹਨਾਂ ਨੇ ਕਿਹਾ ਵੀ ਅਸੀਂ ਹੜ੍ਹਾਂ ਦੀ ਸਥਿਤੀ ਹੈ, ਉਹਨਾਂ ਦਾ ਇਹਨਾਂ ਵੱਲੋਂ ਪਟਵਾਰੀਆਂ ਦੇ ਵੱਲੋਂ ਮੈਂ ਕੱਲ੍ਹ ਇੰਟਰਵਿਊ ਸੁਣ ਲਿਆ ਸੀ। ਉਹ ਕਹਿੰਦੇ ਵੀ ਅਸੀਂ ਹੜ੍ਹਾਂ ਵਾਲੇ ਡਿਸਟ੍ਰਿਕਟਾਂ 'ਚ ਵੀ ਕੰਮ ਕਰਾਂਗੇ, ਅਸੀਂ ਤਾਂ ਵਾਧੂ ਚਾਰਜ ਛੱਡਿਆ। ਇੱਥੇ ਐਸਮਾ ਲਾਉਣ ਦੀ ਕੋਈ ਲੋੜ ਨਹੀਂ ਹੁੰਦੀ, ਕਿਉਂਕਿ ਇੱਥੇ ਤਾਂ ਆਪਦੇ ਤੁਹਾਡੀ ਸਰਕਾਰ ਦਾ ਇੱਕ ਅੰਗ ਹੈ, ਉਹਨਾਂ ਨੂੰ ਸੈਟਿਸਫਾਈ ਕਰੋ। ਇਹਦੇ ਵਿੱਚ ਤਾਂ ਹੁਣ ਸਾਰੇ ਮੁਲਾਜ਼ਮ ਉੱਠ ਖੜੇ ਹੋਏ ਜੀ, ਹੈ ਜੀ। ਕੋਈ ਐਸਮਾ ਉਸਮਾ ਇਹ ਲਾਉਣ ਦੀ ਉਹ ਨਹੀਂ ਹੁੰਦੀ। ਕਈ ਵਾਰੀ ਅਫਸਰ ਗੁੰਮਰਾਹ ਕਰ ਲੈਂਦੇ ਆ। ਤੇ ਪੰਚਾਇਤਾਂ 'ਚ ਕੀ ਹੋਇਆ ਹੈ ਜੀ? ਪੰਚਾਇਤਾਂ ਨੂੰ ਕਨਸਟੀਟਿਊਸ਼ਨ ਕਿਸੇ ਨੇ ਸੰਵਿਧਾਨ ਨਾ ਪੜ੍ਹਿਆ ਤੇ ਸਸਪੈਂਡ ਕਰਤੀਆਂ, ਹੈ ਜੀ। ਉਦੋਂ ਬਾਅਦ ਹੁਣ ਛੇਤੀ ਬਹਾਲ ਕਰਦੇ ਆ। ਉਹਦੇ ਵਿੱਚ 2 IAS ਅਫਸਰ ਸਸਪੈਂਡ ਕਰਤੇ ਵੀ ਇਹਨਾਂ ਨੇ ਸਾਨੂੰ ਗੁੰਮਰਾਹ ਕੀਤਾ। ਤੇ ਗੁੰਮਰਾਹ ਹੁੰਦਾ ਕੌਣ ਹੁੰਦਾ? ਇਹ ਤਾਂ ਮੈਂ ਨਹੀਂ ਕਹਿਣੀ ਗੱਲ। ਤੇ ਗੁੰਮਰਾਹ ਹੁੰਦੇ ਕਿਉਂ ਹੈ? ਤੁਸੀਂ ਗੱਲ ਠੀਕ ਹੈ ਨਾ? ਇਹ ਸਟ੍ਰਾਈਕ ਕਰਨੀ ਨਾ ਕਰਨੀ ਉਹਦਾ ਸੰਵਿਧਾਨਕ ਹੱਕ ਹੈ। ਉਹਨੂੰ ਸੁਣਿਆ ਜਾਣਾ, ਹੈ ਜੀ। ਉਹਦੇ ਰਾਈਟਸ ਆ ਜਿਹੜੇ ਬਣਦੇ ਆ, ਉਹਦੀ ਗੱਲ ਸੁਣ ਕੇ ਉਹਨੂੰ ਨਿਬੇੜ ਲੈਣੀ ਚਾਹੀਦੀ ਹੈ ਗੱਲ। ਫਿਰ 30 ਸਾਲ ਦਾ ਲੰਮਾ ਸਮਾਂ ਤੁਸੀਂ ਇਸ ਪੋਸਟ ਦੇ ਉੱਪਰ ਨੌਕਰੀ ਕੀਤੀ, ਪਰ ਲੱਗਦਾ ਵੀ 30 ਸਾਲਾਂ ਦੇ ਵਿੱਚ, ਜੇ ਲੱਗਦਾ ਨਹੀਂ ਤੇ ਸੱਚ ਹੈ ਇਹਦੇ ਵਿੱਚ ਵੀ ਕੋਈ, ਵੀ 30 ਸਾਲਾਂ ਦੇ ਵਿੱਚ ਕੋਈ ਸ਼ਿਕਾਇਤ ਹੋਈ ਹੋਵੇ ਤੁਹਾਡੇ ਖਿਲਾਫ, ਜਾਂ ਕੋਈ 30 ਸਾਲਾਂ ਦੇ ਵਿੱਚ ਕੁਝ ਹੋਇਆ ਹੋਵੇ? ਦੇਖੋ ਜੀ, ਮੇਰੀ ਕੋਰੇ ਕਾਗਜ਼ ਤੇ ਵੀ ਸ਼ਿਕਾਇਤ ਨਹੀਂ ਹੋਈ 30 ਸਾਲਾਂ ਦੇ ਵਿੱਚ। ਕਿਸੇ ਨੇ ਮੇਰੀ ਨਾ ਸ਼ਿਕਾਇਤ ਕਰੀ, ਨਾ ਮੇਰਾ ਕਿਸੇ ਨਾਲ ਰੌਲਾ ਪਿਆ ਜੀ। ਮੇਰੀ ਜ਼ਿੰਦਗੀ ਦਾ ਇਹ ਹੈ। ਤੇ ਉਦੋਂ ਵੀ ਮੈਨੂੰ ਪ੍ਰਸ਼ਾਸਨ ਨੇ ਵੀ ਮੈਥੋਂ ਵਾਧੂ ਕੰਮ ਵੀ ਲਏ, ਮੈਨੂੰ ਹੋਰ ਕਮੇਟੀਆਂ ਦੇ ਵਿੱਚ ਵੀ ਮੈਨੂੰ ਅਪਾਇੰਟ ਰੱਖਿਆ, ਮੇਰੀ ਰਾਏ ਵੀ ਲਈ ਜਾਂਦੀ। ਲੋਕ ਅੱਜ ਵੀ ਮੇਰੇ ਕੋਲੇ ਬਹੁਤ ਸਾਰੇ ਆਉਂਦੇ ਆ, ਰਾਏ ਲੈਣ ਆਉਂਦੇ ਆ, ਸਰਕਲਾਂ ਦੇ ਲੋਕ ਆਉਂਦੇ ਆ ਵੀ ਕਿਵੇਂ ਕਰੀਏ, ਉਹਨਾਂ ਨੂੰ ਸਹੀ ਰਾਏ ਦਿੱਤੀ ਹੈ। ਜੇ ਤੁਸੀਂ ਸਹੀ ਹੋਵੋਗੇ ਤਾਂ ਫਿਰ ਸ਼ਿਕਾਇਤ ਕਾਹਦੀ ਜੀ। ਹੁਣ ਲਾਸਟ ਤੇ ਇਹੀ ਸਵਾਲ ਹੈ ਜੀ, ਵੀ ਪਟਵਾਰੀਆਂ ਦੀ ਪਰਿਭਾਸ਼ਾ ਲੋਕਾਂ ਦੇ ਮਨਾਂ ਦੇ ਵਿੱਚ ਕੀ ਹੋਣੀ ਚਾਹੀਦੀ ਹੈ? ਕਿਉਂਕਿ ਜਿਹੜੀ ਇੱਕ ਨੈਗੇਟਿਵਿਟੀ ਪੈਦਾ ਹੋਈ ਵੀ ਹੈ, ਜਿਹੜੀ ਅੱਜ ਤੋਂ 50 ਸਾਲ ਪਹਿਲਾਂ ਸੀ ਜੀ, ਉਹ ਹੋਣੀ ਚਾਹੀਦੀ ਹੈ। ਜਿਹੜੀ ਪਿਛਲੇ 500 ਸਾਲ ਤੋਂ ਲੈ ਕੇ ਅੱਜ ਤੋਂ 50 ਸਾਲ ਜਾਂ 20 ਸਾਲ ਤੱਕ ਪਹਿਲਾਂ ਲੋਕਾਂ ਦੇ ਵਿੱਚ ਸੀਗਾ ਸਤਿਕਾਰ ਪਟਵਾਰੀਆਂ ਨੂੰ ਬਹਾਲ ਕਰਨਾ ਪਏਗਾ, ਕਿਉਂਕਿ ਲੋਕਾਂ ਨੂੰ ਦੱਸਣਾ ਪਊਗਾ
ਵੀ ਭਾਈ ਆ ਜਿਹੜੀ ਜੇ ਇੱਥੇ ਪੈਸਾ ਹੈ ਇਹਦੀ ਸਰਕਾਰੀ ਫੀਸ ਹੈ, ਇਹ ਜਾਂ ਤਾਂ ਤੁਸੀਂ ਖਜ਼ਾਨੇ 'ਚ ਭਰਿਓ, ਕੰਮ ਕਰਾ ਲਓ। ਲੋਕਾਂ ਨੂੰ ਸਮਝਾਉਣਾ ਪਊਗਾ, ਲੋਕਾਂ ਦੇ ਵਿੱਚੋਂ ਵਿਚਰਨਾ ਪਊਗਾ, ਠੀਕ ਹੈ ਜੀ। ਤੇ ਜਿਹੜੀਆਂ ਮਤਲਬ ਆਸੇ-ਪਾਸੇ ਅਫਵਾਹਾਂ ਉੱਠਦੀਆਂ ਉਹਨਾਂ ਨੂੰ ਵੀ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ। ਤੇ ਐਵੇਂ ਸੁਣੀਆਂ ਸੁਣਾਈਆਂ ਅਫਵਾਹਾਂ, ਤੇ ਸਰਕਾਰਾਂ ਨੂੰ ਵੀ ਇਹ ਚਾਹੀਦਾ ਵੀ ਐਂ ਵੋਟ ਨਹੀਂ ਮਿਲਦੀ ਹੁੰਦੀ। ਵੋਟ ਦਾ ਵੀ ਤੁਸੀਂ ਮਤਲਬ ਕੋਈ ਪਾਈਦਾਰ ਹੈ ਜਿਹੜੀ ਸੱਚੀ ਗੱਲ ਕੱਲ੍ਹ ਨੂੰ ਜਿਹੜੀ ਲੋਕਾਂ 'ਚ ਦੇਣੀ ਆਵੇ, ਉਹ ਗੱਲ ਨਹੀਂ ਕਰਨੀ ਚਾਹੀਦੀ। ਪਟਵਾਰੀ ਦਾ ਤੇ ਲੋਕਾਂ ਦਾ ਇੱਕ ਨੌਂ ਮਾਸ ਦਾ ਰਿਸ਼ਤਾ ਹੈ। ਜੇ ਰਿਸ਼ਤਾ ਟੁੱਟ ਗਿਆ ਤੇ ਫਿਰ ਮਤਲਬ ਬਹੁਤ ਸਾਰੀਆਂ ਤੁਸੀਂ ਸਮਝ ਲਓ ਫਿਰ ਸਾਡਾ ਸੱਭਿਆਚਾਰਕ ਸਾਡਾ ਵਿਰਸਾ ਹੀ ਖਤਮ ਹੋ ਜਾਊਗਾ। ਠੀਕ ਹੈ, ਇਹ ਪਟਵਾਰੀ ਦੀਆਂ ਹੁਣ ਪਾਵਰਾਂ ਵੀ ਬੜੀਆਂ ਘੱਟ ਕਰਤੀਆਂ ਸਰਕਾਰ ਨੇ, ਉਨੀਆਂ ਸਾਡੇ ਵੇਲੇ ਜਿੰਨੀਆਂ ਪਾਵਰਾਂ ਨਹੀਂ ਹੈਗੀਆਂ ਪਟਵਾਰੀ ਕੋਲੇ। ਹੁਣ ਤਾਂ ਉਹ ਕੰਪਿਊਟਰ ਵਾਲੇ ਨਹੀਂ ਲੋਟ ਆਉਂਦੇ, ਉਹ ਉਹੀ ਚੱਕਰ 'ਚ ਪਾਈ ਰੱਖਦੇ, ਆ ਜਾ ਭਾਈ ਕਰ ਜਾ ਕੰਪਿਊਟਰ 'ਚ, ਆ ਜਾ ਭਾਈ ਕਰ ਜਾ ਕੰਪਿਊਟਰ 'ਚ। ਨਹੀਂ ਲੱਗਦਾ ਕਰਦਾ ਨਹੀਂ ਨਾ ਪਟਵਾਰੀ, ਉਹ ਕਰਤਾ ਉਹ ਆਪਰੇਟਰ ਗਏ ਉੱਥੇ ਕੁਛ ਨਾ ਕੁਛ ਬੈਠੇ, ਕਿਉਂਕਿ ਉਹਦੀ ਕਿਹੜਾ ਨਿਗਾਹ, ਉਹਦਾ ਅੰਗੂਠਾ ਲਾ ਕੇ ਖੋਲ ਕੇ ਉਹਨੇ ਗਾਹਾਂ 7 ਪਿੰਡ ਵੀ 8-15 ਪਿੰਡ ਵੀ ਚਲਾਉਣੇ ਆ, ਉਹ ਉਧਰ ਨੂੰ ਆਊਗਾ ਉੱਥੇ ਬੈਠੂਗਾ, ਠੀਕ ਹੈ ਜੀ। ਉਹ ਫਿਰ ਉਹ ਮੈਂ ਕਹਿਣਾ ਵੀ ਆਪਦੀ ਇਮੇਜ ਬਣਾਉਣ ਵਾਸਤੇ ਲੋਕਾਂ 'ਚ ਜਾ ਕੇ ਇਹ ਗੱਲ ਪਟਵਾਰੀਆਂ ਨੂੰ ਦੱਸਣੀ ਚਾਹੀਦੀ ਹੈ, ਆਪਦੀਆਂ ਮੁਸ਼ਕਲਾਤਾਂ ਦੱਸਣੀਆਂ ਚਾਹੀਦੀਆਂ। ਤੇ ਇਹ ਨਾ ਹੋਵੇ ਵੀ ਲੋਕ ਤੁਹਾਡਾ ਹਿੱਸਾ ਹੈ, ਲੋਕਾਂ ਨੂੰ ਪਿਆਰ ਕਰੋ, ਲੋਕਾਂ ਦੇ ਪਿਆਰ ਦੇ ਨਾਲ ਸਾਰਾ ਕੁਝ ਹੈ। ਪਿਆਰ ਦੇ ਨਾਲ ਤੁਸੀਂ ਲੋਕਾਂ ਨੂੰ ਜਿੱਤ ਸਕਦੇ ਹੋ। ਜੇ ਤੁਸੀਂ ਪਿਆਰ ਕਰਨ ਲੱਗ ਗਏ ਲੋਕਾਂ ਨੂੰ, ਤੁਹਾਡੇ ਕੋਲੇ ਆ ਕੇ ਆਪਦੇ ਉਹ ਦਿਲਾਂ ਦੀਆਂ ਗੱਲਾਂ ਵੀ ਦੱਸਣਗੇ, ਤੇ ਉਹਨਾਂ ਦੇ ਜਿਹੜੇ ਭਰਮ ਨੇ ਉਹਨਾਂ ਦੇ ਮਤਲਬ ਮਨਾਂ ਦੇ ਵਿੱਚ ਪਾਏ ਗਏ ਉਹ ਭਰਮ ਵੀ ਦੂਰ ਹੋਣਗੇ। ਤੇ ਇਹ ਰਲ ਮਿਲ ਕੇ ਚੱਲਣ ਵਾਲੀ ਹੈ। ਤੇ ਇਹ ਮਤਲਬ ਜਿਵੇਂ ਇਹਦਾ ਹੱਲ ਹੈ ਜਿਹੜਾ ਇਹ ਇਹੋ ਹੀ ਹੈ ਵੀ ਭਾਈਚਾਰਕ ਸਾਂਝ ਹੈ ਜਿਹੜੀ ਉਹ ਪਰਪੱਕ ਰਹੇ ਜੀ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸਾਡੇ ਨਾਲ ਜਸਕਰਨ ਸਿੰਘ ਸਿਵੀਆ ਜੀ, ਜੋ ਕਿ ਪਟਵਾਰੀ ਸਨ ਤੇ ਰਿਟਾਇਰ ਹੋ ਚੁੱਕੇ ਨੇ, ਤੇ 30 ਸਾਲ ਲੰਮਾ ਸਮਾਂ ਇਹਨਾਂ ਨੇ ਇਸ ਨੌਕਰੀ ਦੇ ਉੱਪਰ ਜਿਹੜੀ ਸੇਵਾ ਨਿਭਾਈ। ਪਰ ਸਭ ਤੋਂ ਵੱਡੀ ਗੱਲ ਅੱਜ ਕੁਝ ਸਵਾਲ ਸੀ, ਇਹ ਸਵਾਲ ਤਾਂ ਸੀ, ਇਹ ਲੋਕਾਂ ਦੇ ਸਵਾਲ ਸੀ, ਕਿਉਂਕਿ ਲੋਕ ਅਕਸਰ ਪਟਵਾਰੀਆਂ ਦੇ ਬਾਰੇ ਜਿਹੜੀ ਇੱਕ ਪਰਿਭਾਸ਼ਾ ਰੱਖਦੇ ਆ, ਉਹ ਪਰਿਭਾਸ਼ਾ ਬਾਰੇ ਵੀ ਜਿਹੜੀ ਗੱਲਬਾਤ ਕਰਨਾ ਬਹੁਤ ਜ਼ਰੂਰੀ ਸੀ। ਗੱਲਬਾਤ ਕਿਸ ਤਰ੍ਹਾਂ ਦੀ ਲੱਗੀ? ਮੈਂ ਬਠਿੰਡਾ ਤੋਂ ਮਨੀਸ਼ ਦੇ ਨਾਲ ਜੱਸੀ ਬਰਾੜ, ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ ਜੀ।